ਉਹ ਫਿਰ ਬਗੈਰ ਆਕਸੀਜਨ ਦੇ ਜਿਹੜੀ ਹਾਲਾਤ ਹੋਣੇ ਸੀ, ਉਹ ਜਿਹੜਾ ਮਿੰਟਾਂ ਦਾ ਸਫ਼ਰ ਸੀ ਉਹ ਘੰਟਿਆਂ 'ਚ ਹੋ ਰਿਹਾ ਸੀ। ਫਿਰ ਮੇਰੇ ਜ਼ਿਹਨ 'ਚ ਆਇਆ ਕਿ ਅੱਲਾ ਮੀਆਂ ਨਾਲ ਗੱਲ ਕਰਨਾ, ਅੱਲਾ ਮੀਆਂ ਕੋਲੋਂ ਪੁੱਛ ਲੈਂਦੇ। ਠੀਕ ਹੈ, ਮੈਂ ਫਿਰ ਉੱਥੇ ਅੱਲਾ ਮੀਆਂ ਨਾਲ ਫਿਰ ਗੱਲ ਕੀਤੀ, ਤੇ ਜੇ ਅਗਰ ਮਰਨਾ ਹੈ ਤੇ ਫਿਰ ਮਾਰ ਦੇ। ਔਰ ਮੈਂ ਤੈਨੂੰ ਇਹ ਵੀ ਨਹੀਂ ਕਹਿੰਦਾ ਕਿ ਨਾ ਮਾਰ ਦੂੰਗਾ, ਅਗਰ ਮੇਰੀ ਜ਼ਿੰਦਗੀ ਇੱਥੇ ਖਤਮ ਹੈ ਤੇ ਖਤਮ ਹੈ, ਤੇਰਾ ਫੈਸਲਾ ਪਹਿਲਾਂ ਦਾ ਲਿਖਿਆ ਹੋ ਤੇ ਠੀਕ ਹੈ। ਮੈਂ ਉਹ ਪਹਿਲਾ ਔਰ ਆਖਰੀ ਬੰਦਾ ਕਿ ਜਿਹਨੇ 60 ਸਾਲ ਦੀ ਉਮਰ ਦੇ ਵਿੱਚ ਮਾਊਂਟ ਐਵਰੈਸਟ ਸਰ ਕੀਤੀ ਹੈ। ਠੀਕ ਹੈ, ਹਾਈਟ ਅਲਟੀਚਿਊਡ ਦੇ ਹਿਸਾਬ ਨਾਲ ਸਮਿਟ ਦੇ ਨਜ਼ਦੀਕ ਆ ਬਹੁਤ। ਕਿੰਨੇ ਕੁ? ਦੇਖੋ ਅਸੀਂ ਹਿੱਲੀ ਸਟੈਪ ਵੀ ਕ੍ਰਾਸ ਕਰ ਗਏ, ਅਸੀਂ ਉਹ ਵੀ ਜਿਹੜੀ 8700 ਮੀਟਰ ਵਾਲੀ ਵੀ ਕ੍ਰਾਸ ਕਰ ਗਏ, ਹਿੱਲੀ ਸਟੈਪ ਵੀ ਕ੍ਰਾਸ ਕਰ ਗਏ, ਜਿਹੜੀ 8000 ਕਹਿ ਲਓ ਕਿ 800 ਮੀਟਰ ਤੋਂ ਉੱਤੇ ਤੇ 48 ਮੀਟਰ ਸਿਰਫ ਰਹਿ ਗਿਆ ਸੀ। ਠੀਕ ਹੈ, ਤੋ ਇਹਨੇ ਕੋਈ ਵਰਟੀਕਲ ਹਾਈਟ ਉਹਦੀ ਥੋੜੀ ਸੀ, 30 ਮੀਟਰ ਹੋਣਗੇ, 40 ਮੀਟਰ, ਲੇਕਿਨ ਇਸ ਤਰ੍ਹਾਂ ਜਿਹੜਾ ਸੀ ਜ਼ਿਆਦਾ ਸੀ। ਤੇ ਹੁਣ ਜਦੋਂ ਤੁਹਾਡੇ ਉਸ ਹਾਲਾਤ ਦੇ ਵਿੱਚ ਆਕਸੀਜਨ ਦੀ ਜਿੱਥੇ ਜ਼ਰੂਰਤ ਸੀ ਤੁਹਾਨੂੰ, ਔਰ ਆਕਸੀਜਨ ਖਤਮ ਹੋ ਜਾਵੇ, ਹੁਣ ਤੁਸੀਂ ਦੱਸੋ ਤੁਹਾਡਾ ਦਿਮਾਗ ਕਿੰਨਾ ਕੰਮ ਕਰੇਗਾ। ਠੀਕ ਹੈ, ਉਹ ਮੇਰੇ ਨਾਲ ਉਹਦੇ ਅੱਗੇ ਚਲਾ ਗਿਆ, ਪਰ ਮੈਂ ਦੇਖਿਆ ਉਹਨੂੰ ਜਾਂਦਿਆਂ ਹੋਇਆ, ਲੇਕਿਨ ਮੇਰੇ 'ਚ ਹੁਣ ਨਾ ਇੰਨੀ ਹਿੰਮਤ ਸੀ, ਨਾ ਇੰਨਾ ਦਿਮਾਗ ਸੋਚ ਰਿਹਾ ਸੀ ਕਿ ਮੈਂ ਹੁਣ ਕੀ ਕਰਨਾ। ਮੇਰੇ ਸਾਹਮਣੇ ਸਿਰਫ ਹੋਈ ਸੀ ਕਿ ਮੈਂ ਕਿਹਾ ਕਿ ਉਹ ਸਾਹਮਣੇ ਉਹ ਆਲਮੋਸਟ ਸਮਝ ਆ ਰਹੀ ਸੀ, ਕੋਈ ਸਾਹਮਣੇ ਸਮਟ ਆ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕਿੰਨਾ ਟਾਈਮ ਲੱਗਾ, ਕਿੰਨਾ ਨਹੀਂ ਲੱਗਾ, ਕਿਉਂਕਿ ਮੈਂ ਤੇ ਟਾਈਮ ਵੀ ਨਹੀਂ ਦੇਖ ਸਕਦਾ ਸੀ ਉਦੋਂ ਨਾ। ਇੱਕ ਤਾਂ ਟਾਈਮ ਵੈਸੇ ਅਨਕਵਰਡ ਹੁੰਦਾ ਤੁਹਾਡਾ, ਠੀਕ ਹੈ। ਦੂਸਰਾ ਇਹ ਵੀ ਕਿ ਮੇਰੇ ਜ਼ਿਹਨ 'ਚ ਹੁਣ ਬਿਲਕੁਲ ਦਿਮਾਗ ਜਿਹੜਾ ਨਾ ਬਹੁਤ ਘੱਟ ਕੰਮ ਕਰ ਰਿਹਾ ਸੀ, ਔਰ ਜਿਸਮ ਵੀ ਘੱਟ ਕੰਮ ਕਰ ਰਿਹਾ ਸੀ। ਉੱਥੇ ਤਾਂ ਬੰਦਾ ਵੈਸੇ ਹੀ ਮਰ ਜਾਂਦਾ ਇੰਨੀ ਦੇਰ 'ਚ। ਆਕਸੀਜਨ ਖਤਮ ਹੋਣ ਦਾ ਮਤਲਬ ਸੀ ਕਿ ਡੈਥ। ਉਹ ਸ਼ਾਇਦ ਛੋੜਿਆ ਵੀ ਮੈਨੂੰ ਉਹਨੇ ਇਸੇ ਵਾਸਤੇ ਤੇ ਕਿ ਉਹਨੇ ਗਿਰ ਜਾਣਾ, ਤੇ ਆਕਸੀਜਨ ਖਤਮ ਹੋਈ ਪਈ ਹੈ ਇਸਦੀ, ਤੇ ਗਿਰਿਆ। ਜਦੋਂ ਮੈਂ ਪਹੁੰਚਿਆ ਤੇ ਉਹ ਅੱਗੇ ਸਾਈਡ ਤੇ ਇੰਤਜ਼ਾਰ ਕਰ ਰਿਹਾ ਸੀ ਉਹ ਵੈਸੇ ਮੇਰਾ, ਕਿ ਉਹਨੇ ਜੋ ਦੇਖਿਆ ਕਿ ਆ ਤੇ ਰਿਹਾ ਨਾ, ਮਰਿਆ ਤੇ ਨਹੀਂ, ਡਿੱਗਿਆ ਨਹੀਂ ਹੈਗਾ। ਮੈਂ ਡਿੱਗ ਜਾਂਦਾ, ਮਰ ਜਾਂਦਾ ਤੇ ਉਹ ਵਾਪਸ ਆ ਜਾਂਦਾ। ਉਹ ਹੁਣ ਉਹਨੂੰ ਇੰਤਜ਼ਾਰ ਤੇ ਕਰਨਾ ਸੀ। ਇੰਤਜ਼ਾਰ ਉਹਨੇ ਕੀਤਾ। ਉੱਥੇ ਪਹੁੰਚਿਆ ਜਦੋਂ ਮੈਂ, ਤੇ ਉਹ ਉਸਨੇ ਆਇਆ, ਤਸਵੀਰਾਂ ਕੋਈ ਬਣਾਈਆਂ। ਉਹ ਬਹਰਹਾਲ ਜਦੋਂ ਨੀਚੇ ਉਤਰਨਾ ਸ਼ੁਰੂ ਕੀਤਾ, ਫਿਰ ਮੈਂ ਉਸ ਨੂੰ ਕਿਹਾ, ਮੈਂ ਕਿਹਾ ਕਿ ਉਹ ਯਾਰ ਹੁਣ ਹੀ ਕਰਦੇ ਠੀਕ। ਠੀਕ ਹੈ, ਯਾਨੀ ਉਦੋਂ ਤੱਕ ਤੁਹਾਨੂੰ ਨਹੀਂ ਸੀ ਪਤਾ ਕਿ ਮੈਨੂੰ ਆਕਸੀਜਨ ਨਹੀਂ ਖਤਮ ਪਤਾ, ਮੈਨੂੰ ਤੇ ਵਾਪਸ ਆਉਣ ਤੱਕ ਮੈਨੂੰ ਇਹ ਯਕੀਨ ਨਹੀਂ ਸੀ ਕਿ ਉਹਨੇ ਕੀ ਕੀਤਾ। ਠੀਕ ਹੈ, ਮੈਂ ਕਹਿੰਦਾ ਸੀ ਕਿ ਸ਼ਾਇਦ ਸਿਲੰਡਰ ਖਾਲੀ ਸੀ, ਉਹ ਸੀ, ਯਾਨੀ ਉਹ ਖਰਾਬ ਹੈ ਉਤੋਂ। ਹਾਂ। ਤੇ ਉਹ ਬਹਰਹਾਲ ਉੱਥੋਂ ਅਸੀਂ ਨੀਚੇ ਉਤਰਨਾ ਸ਼ੁਰੂ ਕੀਤਾ। ਨੀਚੇ ਆਉਂਦਿਆਂ ਆਉਂਦਿਆਂ ਉਹ ਫਿਰ ਬਗੈਰ ਆਕਸੀਜਨ ਦੇ ਜਿਹੜੇ ਹਾਲਾਤ ਹੋਣੇ ਸੀ, ਉਹ ਜਿਹੜਾ ਮਿੰਟਾਂ ਦਾ ਸਫ਼ਰ ਸੀ ਉਹ ਘੰਟਿਆਂ 'ਚ ਹੋ ਰਿਹਾ ਸੀ। ਕਿਸੇ ਟਰਨ ਵਾਲੀ ਗੱਲ ਸੀ। ਔਰ ਵੈਸੇ ਤੁਸੀਂ ਐਗਜ਼ਾਸਟਡ ਹੋ, ਥੱਕੇ ਹੋਏ ਹੋ, ਠੀਕ ਹੈ। ਤੇ ਉਹ ਆਹਿਸਤਾ 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 ਅਸੀਂ ਇੱਕ ਜਗ੍ਹਾ ਤੇ ਪਹੁੰਚੇ। 2 ਦਫਾ ਵਿੱਚ ਮੈਂ ਸਲਿਪ ਵੀ ਹੋਇਆ, ਠੀਕ ਹੈ, ਲੇਕਿਨ ਰੋਪ ਦੇ ਉੱਤੇ ਹੋਣ ਦੀ ਵਜ੍ਹਾ ਨਾਲ ਬਚ ਗਿਆ। ਰੋਪ ਨਾਲ ਰੱਸਾ ਲੱਗਾ ਹੁੰਦਾ? ਐਸਾ ਲੱਗਿਆ ਸੀ, ਉਸ ਦੇ ਉੱਤੇ ਅਸੀਂ ਹੁੱਕ ਅਪ ਕਰ ਲੈਂਦੇ ਆ ਨਾ, ਤੇ ਅਗਰ ਸਲਿਪ ਵੀ ਹੋ ਜਾਏ ਤੇ ਲਟਕ ਜਾਂਦਾ ਬੰਦਾ ਉੱਤੇ। ਉਹ ਬਚਤ ਹੋ ਗਈ, ਵਾਪਸ ਆ ਗਿਆ। ਮੈਂ ਉਹਨੂੰ ਇਹ ਵੀ ਕਿਹਾ, ਮੈਂ ਕਿਹਾ ਕਿ ਇੱਥੇ ਕੋਈ ਆਕਸੀਜਨ ਅਗਰ ਐਮਰਜੈਂਸੀ ਵੀ ਕਿਸੇ ਨੇ ਡੰਪਿੰਗ ਹੈ ਤੇ ਯਾਰ ਉਹ ਰਿਪਲੇਸ ਕਰ ਲੈਤੇ, ਅਸੀਂ ਚੁੱਕ ਲੈਂਦੇ ਆ ਉੱਥੋਂ। ਲੇਕਿਨ ਬਹਰਹਾਲ ਉਸਨੇ ਉਹਨੇ ਇੱਕ ਡੰਪ ਹੈ ਸੀ ਇੱਕ ਉੱਤੇ ਰਸਤੇ 'ਚ, ਲੇਕਿਨ ਮੈਂ ਕਿਹਾ ਜੀ ਇਹਦੇ 'ਚ ਆਕਸੀਜਨ ਕੋਈ ਨਹੀਂ। ਅੱਛਾ, ਮੇਰਾ ਹੁਣ ਇਹਨਾਂ ਦਿਮਾਗ ਨਹੀਂ ਕੰਮ ਕਰ ਰਿਹਾ ਕਿ ਮੈਂ ਆਪ ਹੀ ਚੈੱਕ ਕਰ ਲਵਾਂ। ਠੀਕ ਹੈ, ਮੈਂ ਉੱਤੇ ਟਰਸਟ ਕਰ ਰਿਹਾ ਕਿ ਜੋ ਕਹਿ ਰਿਹਾ ਠੀਕ ਕਹਿ ਰਿਹਾ। ਠੀਕ ਹੈ, ਬਰ ਚਲੋ ਜੀ ਫਿਰ ਚੱਲਦੇ ਹਾਂ। ਆਹਿਸਤਾ 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 ਅੱਗੇ ਇੱਕ ਜਗ੍ਹਾ ਆਈ, ਤੇ ਸ਼ਾਮ ਹੋਣੀ ਸ਼ੁਰੂ ਹੋ ਗਈ ਨਾ ਜਦੋਂ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਦੇਖੋ ਕਿ ਤੂੰ ਆਰ ਯੂ ਸ਼ੋਰ ਕਿ ਤੂੰ ਥੱਲੇ ਗੱਲ ਹੋ ਗਈ ਸੀ ਤੇਰੀ? ਕਹਿੰਦਾ ਹਾਂ ਹਾਂ ਮੇਰੀ ਹੋ ਗਈ ਸੀ ਗੱਲ। ਉਹ ਪਹੁੰਚਣ ਨਹੀਂ ਵਾਲੇ ਨੇ ਲੋਕੀ ਹੁਣ ਥੱਲਿਓਂ, ਜਿਹੜਾ ਨਾ ਟੀਮ ਪਹੁੰਚਣ ਵਾਲੀ ਹੋਏ ਚਾਹੀਦੀ। ਯਾਨੀ ਜਿਹੜੀ ਤੁਹਾਡੇ ਵਾਸਤੇ ਜਿੰਨੇ ਆਉਣਾ। ਅਸੀਂ ਕਿਹਾ ਸੀ ਕਿ ਆਕਸੀਜਨ ਉੱਤੋਂ ਮੈਸੇਜ ਕਰਵਾਇਆ ਸੀ, ਕਿ ਮੈਸੇਜ ਦਿੱਤਾ ਸੀ ਕਿ ਆਕਸੀਜਨ ਨਹੀਂ ਹੈ ਸਾਡੇ ਕੋਲ, ਕਿਸੇ ਵਜ੍ਹਾ ਨਾਲ ਜੋ ਵੀ ਹੋਇਆ ਆਕਸੀਜਨ ਖਤਮ ਹੋ ਗਈ ਹੈ। ਇਹਨੇ ਮੈਸੇਜ ਥੱਲੇ ਦਿੱਤਾ ਕਿ ਨਹੀਂ? ਉਹ ਤਾਂ ਮੈਂ ਉਹਨੂੰ ਕਹਿ ਦਿੱਤਾ ਨਾ, ਉਹ ਮੇਰੇ ਪਿੱਛੇ ਸੀ, ਦਿੱਤਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ, ਲੇਕਿਨ ਉਹਨੇ ਕਿਹਾ ਕਿ ਮੈਂ ਦੇ ਦਿੱਤਾ, ਕਿਹਾ ਉਹਨੇ ਕਿ ਮੈਂ ਦੇ ਦਿੱਤਾ।
ਅੱਛਾ, ਔਰ ਦੂਸਰੀ ਦਫਾ ਜਦੋਂ ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਕਿ ਜੀ ਕੋ ਤੇ ਪਹੁੰਚਣ ਵਾਲੇ ਹੋਣਗੇ, ਘੰਟੇ ਡੇਢ ਚ, 2 ਘੰਟੇ ਚ ਪਹੁੰਚ ਜਾਣਗੇ। ਠੀਕ ਹੈ, ਲੇਕਿਨ ਉਹ ਸ਼ਾਮ ਹੋ ਗਈ ਸੀ, ਉਹ ਤਾਂ ਵੈਸੇ ਹੀ ਐਕਸਪੈਕਟਡ ਸੀ ਕਿ ਹੁਣ ਲੋਕੀ ਪਹੁੰਚਣਾ ਉੱਤੇ ਸ਼ੁਰੂ ਹੋ ਜਾਣਗੇ ਨਾ ਉਸ ਏਰੀਏ ਜਿੱਥੇ ਅਸੀਂ ਆ ਗਏ ਸੀ। ਤੋਂ ਪਰ ਉੱਥੇ ਰੁਕ ਗਿਆ, ਇਹ ਥੋੜਾ ਥੱਲੇ ਚਲਾ ਗਿਆ। ਮੈਨੂੰ ਕਹਿੰਦਾ ਕਿ ਜੀ ਕਿ ਨਹੀਂ ਚਲੋ, ਮੈਂ ਕਿਹਾ ਯਾਰ ਕਿ ਬਹੁਤ ਜ਼ਿਆਦਾ ਥੱਕ ਗਿਆ, ਤੇ ਜਦੋਂ ਘੰਟੇ ਡੇਢ ਘੰਟੇ ਦੀ ਗੱਲ ਹੈ, ਉਹਨਾਂ ਨੂੰ ਹਾਈ ਲੈਣ ਦਿਓ, ਆਕਸੀਜਨ ਮਿਲ ਜਾਏਗੀ ਤੇ ਅਸੀਂ ਥੱਲੇ ਚਲੇ ਜਾਵਾਂਗੇ। ਉਹ ਇੰਤਜ਼ਾਰ ਕਰਨਾ ਸ਼ੁਰੂ ਕਰਤਾ। ਥੱਲੇ ਲੋਕੀ ਨਜ਼ਰ ਵੀ ਆने शुरू हो गए, हौसला हो गया कि बस उन्हें पहुंचे। लोकी फिर पहुंचे मेरे को। ठीक है, लेकिन वो साडे बंदे नहीं सी। ਉਹ ਕੋਈ ਹੋਰ अगर ਸੀ। कोई पहुंचण वाले, जाहिर है साडी कंपनी दे भी लोकी होणगे ਜਿਹੜੇ ਉੱਤੇ ਜਾ ਰਹੇ ਹੋਣਗੇ, ਲੇਕਿਨ ਕਿਸੇ ਨੇ ਆਕਸੀਜਨ ਨਹੀਂ ਦਿੱਤੀ। ਮਤਲਬ ਕਿ ਉਸ ਦਿਨ ਕੋਈ ਬੰਦਾ ਸਾਡੇ ਵਾਸਤੇ ਸਪੈਸ਼ਲੀ ਆਕਸੀਜਨ ਲੈ ਕੇ ਨਹੀਂ ਆਇਆ। ਔਰ ਉਹਨਾਂ ਦੇ ਵਿੱਚੋਂ ਕੋਈ ਸੈਕਰੀਫਾਈਸ ਕਰਨ ਲਈ ਤਿਆਰ ਨਹੀਂ ਸੀ ਕਿ ਅਸੀਂ ਇੱਕ ਬੰਦਾ ਬਚਾ ਲਈਏ। ਕਰ ਨਹੀਂ ਸਕਦਾ ਨਾ। ਬਕੌਲ ਕੁਛ ਲੋਕਾਂ ਦੇ ਉਹਨਾਂ ਨੇ ਦਿੱਤੀ, ਉਹਨੂੰ ਤੇ ਦਿੱਤੀ, ਮੈਨੂੰ ਤੇ ਨਹੀਂ ਦਿੱਤੀ। ਮੈਨੂੰ ਪਤਾ ਕਿ ਮੈਨੂੰ ਕਿਸੇ ਨੇ ਆਕਸੀਜਨ ਨਹੀਂ ਦਿੱਤੀ। ਸਵਾਏ ਇੱਕ ਅਪੇਰੈਂਟਲੀ ਇੱਕ ਲੇਡੀ, ਉਹਦਾ ਕੱਦ ਵੀ ਛੋਟਾ ਸੀ, ਆਵਾਜ਼ ਵੀ ਉਹਦੀ ਔਰਤ ਦੀ ਤਰ੍ਹਾਂ ਦੀ ਸੀ। ਉਸਨੇ ਉਹ ਇੱਕ ਉਹਨੂੰ ਕਹਿੰਦੇ ਵੱਡੀ ਬਰੀਦਿੰਗ ਕਹਿੰਦੇ ਕਿ ਥੋੜੀ ਦੇਰ ਮੈਨੂੰ ਦੇ ਦਿੱਤਾ, ਥੋੜੇ ਦੇਰ ਉਹਨੇ ਕੁਛ ਪਫ ਮੈਨੂੰ ਆਕਸੀਜਨ ਦੇ, ਯਾਨੀ ਉਧਾਰ ਚੰਦ ਸਾਂਸ ਜਿਹੜੇ ਸੀ ਨਾ, ਉਹਨੇ ਆਪਣਾ ਮਾਸਕ ਮੈਨੂੰ ਦਿੱਤਾ ਔਰ ਮੈਂ ਉਹ ਆਕਸੀਜਨ ਥੋੜੀ ਦੇਰ ਵਾਸਤੇ ਉਹ 2-4 ਸਾਂਸ ਉਹਦੇ 'ਚ ਲਿੱਤੇ ਔਰ ਉਸ ਤੋਂ ਬਾਅਦ ਉਹਨੇ ਉਹ ਆਪਣੇ ਲੈ ਲਿੱਤਾ ਉਸਨੇ। ਚਲੋ ਜੀ, ਉਹ ਲੋਕੀ ਵੀ ਚਲੇ ਗਏ। ਰਾਤ ਹੋ ਗਈ। ਰਾਤ ਨੂੰ ਕੋਈ ਬੰਦਾ ਨਹੀਂ ਕਿ ਜਿਹੜਾ ਸੋ ਪਹਿਲੇ ਵੀ ਜਿਹੜੇ ਸੀ ਉਹਨਾਂ ਮੇਰੇ ਨਾਲ ਗੱਲਬਾਤ ਕੀਤੀ, ਪੁੱਛਿਆ ਕੌਣ ਹੋ, ਜੋ ਮੈਂ ਦੱਸਿਆ। ਬਲਕਿ ਉਹਨੇ ਪੁੱਛਿਆ ਕਿ 7 ਸਮਿਟ ਮੇਰੀ ਕੰਪਨੀ ਦਾ ਨਾਂ ਸੀ, ਕਿ 7 ਸਮਿਟ ਨਾਲ ਮੈਂ ਕਿਹਾ ਕਿ ਹਾਂ ਅੱਛਾ। ਬਸ ਉਹਨੇ ਤਸਵੀਰ ਬਣਾਈ, ਉਹ ਉੱਪਰ ਚਲੇ ਗਏ। ਇਸ ਤਰ੍ਹਾਂ ਉਹ ਫਿਰ ਕੁਛ ਅਰਸੇ ਤੋਂ ਬਾਅਦ ਉਹ ਆਕਸੀਜਨ ਦੇ ਫਿਰ ਇੱਕ ਹੋਰ ਬੰਦਾ ਉਸਨੇ ਗੱਪਸ਼ਪ ਮੇਰੇ ਨਾਲ ਲਾਈ। ਉਹਨੇ ਕਿਹਾ ਕਿ ਜੀ ਕਿ ਤੁਸੀਂ ਥੱਲੇ ਚਲੇ ਜਾਓ। ਤੇ ਉਹ ਬੀਬੀ ਜਿਹੜੀ ਸੀ ਉਹ ਕਿਹੜੇ ਮੁਲਕ ਦੀ ਸੀ? ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਉਹ ਕੌਣ ਸੀ। ਤੇ ਉਹ ਇੱਕ ਬੰਦਾ ਉਸਨੇ ਮੇਰੇ ਨਾਲ ਗੱਪਸ਼ਪ ਲਾਈ ਕਿ ਜੀ ਕਿ ਉਹ ਸਮਝ ਰਿਹਾ ਸੀ ਕਿ ਮੈਂ ਉੱਪਰ ਜਾ ਰਿਹਾ ਨਾ, ਕਿਉਂਕਿ ਹੁਣ ਤੇ ਲੋਕੀ ਉੱਤੇ ਜਾ ਰਹੇ ਸੀ, ਥੱਲੇ ਜਾਣ ਨਾਲ ਤੇ ਜਾ ਚੁੱਕੇ ਹੋਏ ਸੀ, ਥੱਲੇ ਜਾਣ ਵਾਲਾ ਤਾਂ ਕੋਈ ਨਹੀਂ ਸੀ। ਉਹ ਮੈਨੂੰ ਕਹਿੰਦਾ ਕਿ ਯੂ ਡੋਂਟ ਗੋ ਅਪ, ਯੂ ਗੋ ਡਾਊਨ। ਮੈਂ ਕਿਹਾ ਆਮ ਆਲਰੇਡੀ ਗੋਇੰਗ ਡਾਊਨ, ਬਟ ਆਈ ਨੀਡ ਆਕਸੀਜਨ, आई एम वेटिंग फॉर ऑक्सीजन, पीपल आर कमिंग। अच्छा, वो भी चले गए, ਉੱਤੇ ਚਲੇ ਗਏ। ਠੀਕ ਹੈ, ਉਸ ਤੋਂ ਬਾਅਦ ਫਿਰ ਕੋਈ ਰੁਕਣ ਤੇ ਤਿਆਰ ਨਹੀਂ ਸੀ ਹੈ। ਆਰਟੀ ਰਾਤ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ। ਫਿਰ ਮੈਂ ਸੋਚਿਆ ਕਿ ਚਲੋ ਮੈਂ ਉਹ ਪਾਣੀ ਪੀਣਾ ਔਰ ਆਪਣੇ ਪੈਕ 'ਚੋਂ ਨਾ ਪਾਣੀ ਪੀ ਲੈਂਦਾ, ਕੁਝ ਖਾ ਲੈਂਦਾ। ਉਹ ਮੈਂ ਜੋ ਬੈਗ ਉਤਾਰਿਆ, ਉਹ ਇੰਨੀ ਕਮਜ਼ੋਰੀ ਹੋ ਗਈ ਹੋਈ ਸੀ ਕਿ ਮੇਰੇ ਹੱਥਾਂ 'ਚੋਂ ਛੁੱਟ ਗਿਆ ਬੈਗ, ਥੱਲੇ ਡਿੱਗ ਪਿਆ। ਉਹ ਗਿਰ ਗਿਆ ਥੱਲੇ। ਉਹ ਗਿਰ ਗਿਆ, ਪਤਾ ਨਹੀਂ ਕਿੱਥੇ ਗਿਆ। ਅੰਧੇਰਾ ਸੀ, ਮੈਨੂੰ ਫਿਰ ਨਜ਼ਰ ਨਹੀਂ ਆਇਆ ਕਿ ਉਹ ਕਿੱਥੇ ਗਿਆ। ਸਲੋਪ ਤੇ ਸੀ ਨਾ, ਇਸ ਤਰ੍ਹਾਂ ਤੋਂ ਸਲੋਪ ਤੇ ਥੱਲੇ ਗਿਆ। ਮੈਂ ਸਮਝਿਆ ਕਿ ਪਤਾ ਨਹੀਂ ਕਿੱਥੇ ਚਲਾ ਗਿਆ। ਬਹਰਹਾਲ ਉੱਥੇ ਫਿਰ ਉਹ ਜਦੋਂ ਪਾਣੀ ਵੀ ਗਿਆ, ਇਹ ਸਾਰਾ ਕੁਛ ਗਿਆ, ਲੋਕੀ ਵੀ ਕੋਈ ਮਦਦ ਕਰਨ ਵਾਸਤੇ ਤਿਆਰ ਨਹੀਂ। ਤੇ ਫਿਰ ਉਦੋਂ ਮੈਂ ਸੋਚਿਆ ਕਿ ਜਿਹੜਾ ਨਾ ਇਹਦਾ ਮਤਲਬ ਹੈ ਕਿ ਹੁਣ ਜ਼ਿੰਦਗੀ ਇੱਥੇ ਹੀ ਖਤਮ, ਅਸੀਂ ਵਾਪਸ ਨਹੀਂ ਜਾਣਾ। ਤੇ ਫਿਰ ਮੈਂ ਸੋਚਿਆ ਕਿ ਚਲੋ ਇਹ ਮੈਂ ਇਸ ਤਰ੍ਹਾਂ ਕਰਦਾ ਕਿ ਬਜਾਏ ਇਸ ਤੇ ਕਿ ਐਵੇਂ ਟੈਨਸ਼ਨ ਮੈਂਸ਼ਨ ਦੇ ਨਾਲੋਂ ਨਾ ਮੈਂ ਆਪਣਾ ਸੇਫਟੀ ਲਾਈਨ ਕੱਢ ਦੇਣਾ, ਜਿਹੜੀ ਮੈਂ ਹੁੱਕ-ਅਪ ਕੀਤੀ ਹੋਈ ਹੈ। ਉਹਦੇ ਉੱਤੇ ਵੇਟ ਹੈ ਨਾ, ਤੇ ਉਹ ਜਦੋਂ ਕੱਟਾਂਗੇ ਤੇ ਮੈਂ ਗਿਰ ਜਾਵਾਂਗਾ ਖੁਦ ਹੀ ਥੱਲੇ, ਤੇ ਜ਼ਿੰਦਗੀ ਖਤਮ ਹੋ ਜਾਏ। ਹੱਥ ਜੇਬ ਵਿੱਚ ਹੱਥ ਪਾਇਆ, ਕੱਢਣ ਵਾਸਤੇ ਨਾਈਫ, ਚਾਕੂ ਅਸੀਂ ਰੱਖਦੇ ਹਾਂ ਜਦੋਂ ਵੀ ਪਾ ਦਿੰਦੇ, ਇੱਕ ਚਾਕੂ ਲਾਜ਼ਮੀ ਰੱਖਦੇ। ਤੇ ਉਹ ਫਿਰ ਮੈਂ ਸੋਚਿਆ ਕਿ ਨਹੀਂ ਯਾਰ, ਖੁਦਕੁਸ਼ੀ ਹੋ ਜਾਏਗੀ ਨਾ, ਖੁਦਕੁਸ਼ੀ ਜੁਰਮ ਹੈ ਤੇ ਅੱਲਾ ਮੀਆਂ ਨਾਰਾਜ਼ ਹੋਏਗਾ। ਤੇ ਜ਼ਿੰਦਗੀ 'ਚ ਮੈਨੂੰ ਇਹ ਮਤਲਬ ਕਿ ਆਪਣੇ ਉੱਪਰ ਪੂਰਾ ਇਤਮਾਦ ਸੀ ਕਿ ਜ਼ਿੰਦਗੀ 'ਚ ਇੰਨਾ ਬੜਾ ਜੁਰਮ ਨਹੀਂ ਮੈਂ ਕੀਤਾ ਕੋਈ ਅੱਲਾ ਮੀਆਂ ਨਾਰਾਜ਼ ਹੋਏ ਮੇਰੇ ਨਾਲ। ਠੀਕ ਹੈ, ਤੇ ਇਹ ਕਿਉਂ ਨਾਰਾਜ਼ ਕਰਨਾ।
मैं वो आइडिया छोड़ता, मैं क्या नहीं इस तरह नहीं करते। फिर मेरे जहन च आया कि अल्लाह मियाँ नाल गल करना, अल्लाह मियाँ कोलों पुछ लैंदे, ठीक है। मैं फिर उत्थे अल्लाह मियाँ नाल फिर गल कीती। मैं कहा कि अल्लाह मियाँ अगर तू मारना है ना मैनू, मतलब कि दो चीज़ां ने ना, या तो मैं मरना है इत्थे ही या थले जाना, ठीक है। ते मेरे जिहड़ा नॉलेज है डॉक्टरी का या उस हिसाब नाल तो कोई जिंदगी नहीं है जिथे मरना मैं, लेकिन अगर बचना तो फिर तेन पता मैनू मेरे हिसाब नहीं है। बचाना तू बचा सकता है, लेकिन वो तेन ही पता है कि बचाना है या नहीं कराना। तो जे अगर मरना है तो फिर मार दे, इस तरह ही मार दे मैनू, मतलब टेंशन या ये मुसीबत क्यों पाता, अजियत क्यों है। अच्छा उस तो पहले मैं सोने की भी कोशिश की थी ना, तो नींद नहीं सी आ रही, मतलब वो भी एक तरीका सी ना मरन का, कि अगर उत्थे तुसीं सो जाओ तो बंदा मर जाता वैसे भी। क्यों? हाँ, ऑक्सीजन नहीं, सर्दी है, यही तो प्रॉब्लम ने ना ਜਿਹੜੇ ਤੁਹਾਨੂੰ ਲੋਕਾਂ ਨੂੰ ਨਹੀਂ ਪਤਾ, ਠੀਕ। ਥੱਲੇ ਬੰਦੇ ਨੂੰ ਅੰਦਾਜ਼ਾ ਹੀ ਨਹੀਂ ਹੋ ਸਕਦਾ। ਯਾਨੀ ਜਦੋਂ ਤੁਸੀਂ ਉੱਤੇ ਉੱਥੇ ਸੌਣਾ ਸੌਣ ਨਹੀਂ ਦਿੰਦੇ, ਉੱਥੇ ਸੌਣ ਨਹੀਂ ਦਿੰਦੇ। ਅਗਰ ਮੈਂ ਸਹੀ ਹਾਂ ਔਰ ਤੁਸੀਂ ਜ਼ਰਾ ਕਮਜ਼ੋਰ ਹੋ ਗਿਆ ਹੋ ਨਾ, ਮੈਂ ਤੁਹਾਨੂੰ ਸੌਣ ਨਹੀਂ ਦੇਵਾਂਗਾ, ਕਿਉਂਕਿ ਸੌਣ ਦਾ ਮਤਲਬ ਹੈ ਕਿ ਫਿਰ ਮੈਂ ਤੁਹਾਨੂੰ ਮਰਨ ਦੇ ਰਿਹਾ। ਕਿਉਂਕਿ ਜਿਹੜਾ ਬੰਦਾ ਸੌਂ ਗਿਆ ਫਿਰ ਹੋਸ਼ 'ਚ ਨਹੀਂ ਆ ਸੌਂ ਸਕਦਾ। ਗਿਆ, ਮਰ ਗਿਆ। ਫਿਰ ਮੈਨੂੰ ਇੱਕ ਟੈਨਸ਼ਨ ਸ਼ੁਰੂ ਹੋ ਗਈ ਜਦੋਂ ਮੈਂ ਸੋਚਿਆ ਸੌਣ ਦਾ ਨਾ, ਅਜੀਬ ਜੀ ਟੈਨਸ਼ਨ ਕਿ ਨੀਂਦ ਹੀ ਨਹੀਂ ਆ ਰਹੀ। ਜਦੋਂ ਟੈਨਸ਼ਨ ਹੀ ਬੰਦ ਹੋ ਜਾਂਦਾ ਨੀਂਦ ਨਹੀਂ ਫਿਰ ਆਉਂਦੀ। ਅੱਛਾ ਤੁਸੀਂ ਸੋਚਿਆ ਕਿ ਚਲੋ ਮੈਂ ਸੌਂ ਜਾਣਾ, ਹਾਂ ਜੇ ਇੰਨੀ ਫੌਤ ਹੋਣਾ ਤਾਂ ਮੈਂ ਸਕੂਨ ਨਾਲ ਫੌਤ ਹੋ ਜਾ, ਸਕੂਨ ਨਾਲ ਹੋ ਜਾਵਾਂ। ਤੇ ਉਹ ਨੀਂਦ ਨਹੀਂ ਆ ਰਹੀ। ਫਿਰ ਮੈਂ ਅੱਲਾਹ ਤਾਲਾ ਨਾਲ ਗੱਲ ਕੀਤੀ, ਮੈਂ ਕਿਹਾ ਅੱਲਾਹ ਮਿਆਂ ਜੇ ਮਾਰਨਾ ਹੀ ਹੈ ਤੇ ਮਾਰ ਦੇ, ਫਿਰ ਟੈਨਸ਼ਨ ਨਾ ਦੇ ਮੈਨੂੰ, ਠੀਕ ਹੈ। ਔਰ ਮੈਂ ਤੈਨੂੰ ਇਹ ਵੀ ਨਹੀਂ ਕਹਿੰਦਾ ਕਿ ਨਾ ਮਾਰ ਮੈਨੂੰ, ਅਗਰ ਮੇਰੀ ਜ਼ਿੰਦਗੀ ਤੇ ਖਤਮ ਹੈ ਤੇ ਖਤਮ ਹੈ। ਤੇਰਾ ਫੈਸਲਾ ਪਹਿਲਾਂ ਦਾ ਅਗਰ ਲਿਖਿਆ ਹੋ ਤੇ ਠੀਕ ਹੈ, ਫਿਰ ਤੇ ਮੈਂ ਕਿਉਂ ਤੈਨੂੰ ਮਤਲਬ ਮੁਸ਼ਕਿਲ 'ਚ ਪਾ ਦੇਵਾਂ ਕਿ ਜੀ ਮੈਨੂੰ ਬਚਾਓ, ਜਿਹੜਾ ਮੁਮਕਿਨ ਹੀ ਨਹੀਂ ਹੈ। ਤੇ लेकिन अगर मतलब कि नहीं मरना, जिंदगी है मेरी, तो फिर मैनू नींद दे दे, सौन दे फिर मैं, ठीक है। अच्छा वो मैनू इस तरह उदों लग्या कि जिस तरह कोई कह रहा है कि जी कि चलो फिर सो जाओ, ठीक है। अच्छा मैं वो तो फिर बजाए खड़े रहन दे, मैं फिर बैठा, बैठ के ते नींद आ गई, सो गया। ਥੱਲੇ ਯਾਨੀ ਬੈਠੀ ਦਾ ਕਿਸ ਤਰ੍ਹਾਂ ਕਿਥੇ बैठना कि बस इस तरह ही सी ना कि खड़े होंदा ते मतलब ये सी कि मैनू नींद ना आवे। ਯਾਨੀ ਤੁਸੀਂ ਰੋਪ ਦੇ ਨਾਲ रोप दे नाल लटकिया ते नहीं होया ना, पैर ते जमीन ते ने ना। ਨਹੀਂ ਰੋਪ ਦੇ ਨਾਲ ਯਾਨੀ रोप दे नाल सेफ्टी है मेरी सिर्फ, रोप दे नाल ਉਸੇ ਤਰ੍ਹਾਂ ਤੁਸੀਂ ਬਹਿ कि ਗਏ अगर मैं किले स्लिप भी हो जाना या गलती नाल इधर उधर पैर पै जांदा तो वो रोप दे नाल ते मैं हैगा ना, वरना ते पैरां ते है ना, लटकिया होया ते नहीं है ਤੇ ਉਹ ना। ਤੁਸੀਂ ਬਹਿ ਗਏ ਉੱਥੇ ਉੱਥੇ बैठा ਤੇ ਕਿੰਨਾ ਟੈਂਪਰੇਚਰ ਹੋਏਗਾ? ਟੈਂਪਰੇਚਰ ਤੇ -40 ਤੋਂ ਲੱਗ ਕੇ -60 ਤੱਕ। ਤੇ ਤੁਸੀਂ ਸੌਂ ਗਏ? ਉਹਦੇ 'ਚ ਮੈਂ ਫਿਰ नींद आ गई, नींद आ गई या मतलब कि आउट ऑफ सेंसेस हो गया, पर मेरे हिसाब नाल नींद आ गई। फिर उस तो बाद मैं की देखता महसूस करदा कि जी कि मैं जड़ा ना वो इस दुनिया ते नहीं हो रहा, चला गया तो दुनिया तो अल्लाह मियाँ ने चक लेता मैंने, ठीक है। ऊपर चला गया, ऊपरों मैं देख रहा थले जमीन ते मैनू हालात नज़र आ रहे हैं, दिन का टाइम नज़र आ रहा। और मेरे दो दोस्त जिन्हां नाल मशवरे करदा हुंदा सी मैं, वो बैठे हुए मेरे मरण तो बाद बैठे ने, और आपस दे विच गलबात कर रहे हैं, मतलब कि अच्छा ही गलबात कर रहे हैं कि अच्छा सी ये सी वो सी, और लेकिन किस्मत च नहीं सी, देखो समट भी कर ली, थले आना किस्मत च नहीं सी, ठीक है। तो मतलब कि दुआ मशवां कर रहे हैं कि चलो ठीक है। यह मैं देखता फिर यह कार्ड मैनू नज़र आता अपना, जिदे मेरे 2 बच्चे ने, बेगम है, वो टीवी लॉन्च है नाल, टीवी लॉन्च दे पढ़ली दीवार दे नाल लग के खड़े होंदे ने तीनों।
ਇਸ ਪਾਸੇ ਕੁਝ ਲੋਕ ਖੜੇ ਨੇ ਕਿ ਜਿਹੜੇ ਮੈਨੂੰ ਨਜ਼ਰ ਤੇ ਨਹੀਂ ਆ ਰਿਹਾ, ਕਿਉਂਕਿ ਮੈਂ ਇੰਝ ਮਤਲਬ ਕਿ ਇਸ ਤਰ੍ਹਾਂ ਕੈਮਰਾ ਨਹੀਂ ਇਸ ਤਰ੍ਹਾਂ ਦੇਖ ਰਿਹਾ ਹੁੰਦਾ ਕਿ ਉਹ ਤੇ ਨਜ਼ਰ ਆ ਰਿਹਾ, ਲੇਕਿਨ ਇਹ ਬਲੈਕ ਆਊਟ ਹੈ। ਲੇਕਿਨ ਇਹਨਾਂ ਸਮਝ ਆ ਰਹੀ ਕਿ ਇੱਥੇ ਕੁਝ ਲੋਕ ਖੜੇ ਨੇ, ਚੰਦ ਇੱਕ ਲੋਕੀ ਨੇ ਜਿਹੜੇ ਇੱਥੇ ਖੜੇ ਨੇ, ਠੀਕ ਹੈ। ਔਰ ਉਹ ਚूँकि ਉਹ ਗੱਲਾਂ ਕਰ ਰਹੇ ਨੇ ਨਾ, ਉਹ ਬੇਗਮ ਔਰ ਬੱਚੇ ਬਿਲਕੁਲ ਸਹਿਮੇ ਹੋਏ ਖੜੇ ਨੇ ਉਸ ਪਾਸੇ ਨਾ, ਔਰ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਇਹ ਜਿਹੜਾ ਨਾ ਮਰ ਗਿਆ ਤੇ ਇਹਦਾ ਸਾਡਾ ਇਹਦੀ ਜਾਇਦਾਦ ਵਿੱਚ ਹਿੱਸਾ, ਇਹ ਮਕਾਨ ਵਿੱਚ ਵੀ ਸਾਡਾ ਹਿੱਸਾ। ਮਤਲਬ ਕਿ ਮੇਰੇ ਕੋਈ ਰਿਸ਼ਤੇਦਾਰ ਨੇ ਕਰੀਬੀ। ਬਹਰਹਾਲ ਇਸ ਤੋਂ ਬਾਅਦ ਫਿਰ ਮੈਨੂੰ ਨਹੀਂ ਪਤਾ, ਫਿਰ ਕਿਸੇ ਨੇ ਮੈਨੂੰ ਜਗਾਇਆ ਔਰ ਉਹਨੇ ਕਿਹਾ ਕਿ ਜੀ ਕਿ ਮਤਲਬ ਉਹ ਵਰਡਸ ਮੈਨੂੰ ਯਾਦ ਨੇ, wake up, don't you want to go down? मैं कि yes I want to go down, then get up, उठ के बैठ के वो एक बंदा फिर वो थल्लों बैग चुकदा, ਉਹ ਜਿਹੜਾ ਡਿੱਗਾ ਸੀ ਰਾਤੀ, ਜਿਹੜਾ ਰਾਤੀ ਡਿੱਗਾ ਸੀ, ਉਹ ਜ਼ਿਆਦਾ ਦੂਰ ਨਹੀਂ ਗਿਆ ਹੁੰਦਾ। ਮੇਰੇ ਤਾਂ ਅੰਧੇਰਾ ਸੀ ਨਾ, ਮੈਨੂੰ ਤੇ ਨਹੀਂ ਪਤਾ, ਤੇ ਨਹੀਂ ਤੇ ਮੈਨੂੰ ਪਤਾ ਚੱਲ ਜਾਂਦਾ ਕਿ ਇੱਥੇ ਨੇੜੇ ਹੀ ਤੇ ਤੂੰ ਕੋਸ਼ਿਸ਼ ਕਰ ਲੈਂਦਾ ਮੈਂ ਉਹਨੂੰ ਚੁੱਕਣ ਦੀ। ਤੇ ਉਹ ਬਹਰਹਾਲ ਉਹ ਬੈਗ ਮੈਨੂੰ ਉਹਨੇ ਦਿਖਾਇਆ ਕਿ ਤੇਰਾ ਹੀ ਬੈਗ ਹੈ। ਮੈਂ ਕਿਹਾ ਉਹ ਫਿਰ ਉਹਨੇ ਮੈਨੂੰ ਪਹਿਨਾ ਦਿੱਤਾ, ਕਿਉਂਕਿ ਰਾਤੀ ਇਹ ਫਰੋਸਟ ਬਾਈਟ ਵੀ ਹੋ ਗਈ ਹੋਈ ਸੀ। ਅੱਛਾ, ਤੁਹਾਨੂੰ ਫਰੋਸਟ ਬਾਈਟ ਉਹ ਸੁੱਤਿਆਂ ਹੋਈ ਹੈ? ਉੱਥੇ ਹੀ ਹੋਈ ਹੈ, ਨਹੀਂ ਸੌਣ ਤੋਂ ਪਹਿਲਾਂ ਹੀ ਹੋ ਗਈ ਸੀ, ਸੌਣ ਤੋਂ ਪਹਿਲਾਂ ਹੀ ਹੋ ਗਈ। ਮੈਨੂੰ ਮਹਿਸੂਸ ਹੋਇਆ। ਉਹ ਤੁਹਾਨੂੰ ਕਿੰਝ ਪਤਾ ਚੱਲਦਾ? ਉਹ ਮੈਂ ਮਹਿਸੂਸ ਕੀਤਾ ਕਿ ਮੇਰੀਆਂ ਉਂਗਲੀਆਂ ਜਿਹੜੀਆਂ ਨੇ ਸਖਤ ਹੋ ਗਈਆਂ ਨੇ, ਹਰਕਤ ਨਹੀਂ ਕਰ ਰਹੀਆਂ ਨਾ, तो वो मैं समझा कि फ्रॉस्ट बाइट हो गई। ये ਦੋਵੇਂ ਹੱਥ ਹੈ? ਦੋਨੇ ਹੱਥ ਡਾਕਟਰ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਪਤਾ? ਹਾਂ ਪਤਾ ਚੱਲ ਗਿਆ। ਤੇ ਪੈਰਾਂ ਦੀ ਵੀ? ਪੈਰਾਂ ਦੀ ਉੱਥੇ ਨਹੀਂ, ਪੈਰਾਂ ਦੇ ਥੱਲੇ ਆ ਕੇ ਹੋਈ ਸੀ। ਉਹ ਫਿਰ ਉਹ ਜਗਾਇਆ, ਉਹਨਾਂ ਨੇ ਬੈਗ ਦਿੱਤਾ, ਆਕਸੀਜਨ ਇੱਕ ਸਿਲੰਡਰ ਦਿੱਤਾ। ਇਹ ਉਹ ਲੋਕੀ ਸੀ ਜਿਹੜੇ ਕੋਈ ਹੋਰ ਸੀ, ਲੋਕੀ ਉੱਤੋਂ ਵਾਪਸ ਆ ਰਹੇ ਸੀ। ਵਾਪਸ ਇਹ ਸਬਮਿਟ ਕਰ ਰਹੇ ਕਿ ਜਾਂ ਸਬਮਿਟ ਕਰਕੇ ਵਾਪਸ ਆ ਰਹੇ ਸੀ ਨਾ। ਸੁਬਾਹ ਹੋ ਗਈ ਸੀ, ਦਿਨ ਦਾ ਟਾਈਮ था। और वो फिर दो बंदे वो सी, एक बंदा मेरे अगे हो गया, एक बंदा पिछे हो गया, और वो चलना शुरू हो गया सी ना, थल्ले ਨੂੰ उतरना शुरू हो गया। और मैं फिर उन्होंने पूछता कि यार इत्थे वो आई डोंट नो, मैनू तो छड़ के चला गया सी कि शायद इत्थे ही सी, ਉਹਦਾ ਕੋਈ ਪਤਾ ਹੈ, ਮੇਰਾ ਜਿਹੜਾ ਸ਼ੇਰਪਾ ਸੀ ਉਹਦਾ ਪਤਾ। ਉਹਨਾਂ ਨੇ ਦੱਸਿਆ ਕਿ ਜੀ ਕਿ ਇਹ ਥੱਲੇ ਹੀ ਹੈ, ਨਾਲ ਹੀ ਹੈ, ਤੇ ਉਹਨੂੰ ਵੀ ਲੈ ਕੇ ਜਾ ਰਹੇ ਨਾ ਅਸੀਂ। ਉਹ ਬੇਹੋਸ਼ ਸੀ ਟੋਟਲ, ਤੇ ਉਹਨੂੰ ਉਹਨਾਂ ਬੰਨ ਬੁੰਨ ਕੇ ਨਾ। ਕਿੰਨੀ ਕੁ ਉਮਰ ਸੀ ਉਹਦੀ? ਉਹ 20 ਸਾਲ ਦਾ ਸੀ। ਅੱਛਾ। ਉਹ ਰੱਸਾ ਬੰਨਿਆ ਉਹਨੂੰ, ਉਹ 3 ਬੰਦੇ ਉਹਦੇ ਨਾਲ ਲੱਗੇ, ਤੇ ਉਹ ਬਹਰਹਾਲ ਉਹਨੂੰ ਘਸੀਟਣਾ ਉਹਨਾਂ ਨੇ। ਯਾਨੀ ਰੱਸਾ ਬੰਨ ਕੇ ਧਰੂ ਰਹੇ ਨੇ? ਹਾਂ, ਧਰੂਣ। ਉਹ ਤੇ ਬੇਹੋਸ਼ ਸੀ ਨਾ, ਉਹ ਤੇ ਹਿੱਲਣ ਜੁਲਣ ਦੇ ਕਾਬਲ ਨਹੀਂ ਸੀ ਨਾ। ਉਹ ਬਹਰਹਾਲ ਉਹਨਾਂ ਨੇ ਉਹ ਆਕਸੀਜਨ ਵਗੈਰਾ। ਇਹ ਕਿੰਨੇ 100 ਮੀਟਰ ਸੀ ਉੱਤੇ? ਇਹ ਸੀ 8650 ਮੀਟਰ, ਜਿੱਥੇ ਤੁਸੀਂ ਬੇਹੋਸ਼ ਹੋਏ ਜਾਂ ਸੁੱਤੇ? ਹਾਂ, ਮੈਂ ਬੇਹੋਸ਼ ਹੋ ਕੇ ਤੇ ਉੱਥੋਂ ਬੰਦਾ ਉੱਠ ਨਹੀਂ ਸਕਦਾ। ਨਹੀਂ, ਜਿਹੜਾ ਤੁਹਾਡਾ ਰੱਬ ਨਾਲ ਮੁਕਾਲਮਾ ਹੋਇਆ ਇਹ 8600 ਮੀਟਰ? ਹਾਂ, 650 ਮੀਟਰ, ਤੇ ਇੱਕ ਏਟੂ ਤੋਂ ਉੱਚੀ ਜਗ੍ਹਾ ਸੀ। ਅੱਛਾ, ਉਹ ਬਹਰਹਾਲ ਉਸ ਨੂੰ ਘਸੀਟ ਕੇ ਤੇ ਅਸੀਂ 3 ਲੋਕੀ ਪਿੱਛੇ ਚਲਦੇ ਆ ਰਹੇ ਹਾਂ। ਅੱਗੇ ਇੱਕ ਜਗ੍ਹਾ ਬਾਲਕੋਨੀ 8400 ਮੀਟਰ ਤੇ ਡੰਪ ਹੁੰਦਾ ਆਕਸੀਜਨ ਦਾ, ਉੱਥੇ ਪਹੁੰਚੇ ਤੇ ਉਨੀ ਦੇਰ ਤੱਕ ਉਹ ਮੈਨੂੰ ਬੈਠਣ ਨਹੀਂ ਸੀ ਦੇ ਰਿਹਾ। ਮੈਂ ਬੈਠਣਾ ਵੀ ਨਹੀਂ ਸੀ, ਮੈਂ ਰੁਕਦਾ ਸੀ ਜ਼ਰਾ ਸਾਂਸ ਲੈਣ ਵਾਸਤੇ, ਐਗਜ਼ਾਸਟਡ ਸੀ। ਲੇਕਿਨ ਉਹ ਕਹਿੰਦੇ ਸੀ ਕਿ ਨਹੀਂ ਰੁਕੋ ਨਹੀਂ, ਬਸ ਉਹ ਕਹਿੰਦੇ ਸੀ ਚਲੋ। ਕਿਉਂ ਮਤਲਬ ਇਹ ਹੁੰਦਾ ਕਿ ਸੌ ਨਾ ਜਾਵੇ। ਉਹ ਕਿੱਥੋਂ ਦੇ ਸਨ ਬੰਦੇ? ਉਹ ਸੀ ਉੱਥੋਂ ਨੇਪਾਲੀ ਸੀ, 5 ਨੇਪਾਲੀ ਸੀ। ਉਹ 5 ਨੇਪਾਲੀ, ਇੱਕ ਚਾਈਨਾ ਦੀ ਇੱਕ ਲੜਕੀ ਸੀ, ਉਹਦੇ ਨਾਲ ਸੀ ਉਹ ਪੋਟਰ ਗਿਆ ਹੋਏ, ਇੱਕ ਗਾਈਡ ਸੀ ਸ਼ੇਰਪਾ। ਉਹ 4-5 ਟੀਮ ਸੀ ਜਿਹੜੀ ਉਹਨੂੰ ਲੈ ਕੇ ਗਿਆ ਸੀ। ਉਹ ਬਹਰਹਾਲ ਉੱਥੇ ਜਦੋਂ ਪਹੁੰਚੇ ਅਸੀਂ ਬਾਲਕੋਨੀ ਤੇ, ਉੱਥੇ ਉਹਨਾਂ ਨੇ ਕਿਹਾ ਕਿ ਜੀ ਹੁਣ ਬੈਠ ਜਾਓ। ਬੈਠੇ, ਪਾਣੀ ਪੀਤਾ, ਕੁਝ ਖਾਧਾ। ਪਾਣੀ ਕਿੰਨਾ ਕੁ ਹੁੰਦਾ ਬੰਦੇ ਦੇ ਕੋਲ?
ਪਾਣੀ ਥੋੜਾ ਜਿਹਾ ਹੀ ਹੁੰਦਾ ਹੈ। ਇੱਕ ਉਹ ਮੇਰੇ ਕੋਲ ਸੀ 1 ਲੀਟਰ ਦੀ ਬੋਤਲ, 1.5 ਲੀਟਰ, 1 ਲੀਟਰ ਦੀ ਉਹ ਸੀ, 1.5 ਲੀਟਰ ਦੀ ਉਹ ਬੋਤਲ ਹੁੰਦੀ ਹੈ ਜਿਹੜੀ ਆਖਰ ਤੋਂ ਲੈ ਕੇ ਚੱਲੇ ਸੀ। ਉਹ ਤੇ ਕਿੰਨਾ ਟਾਈਮ ਹੋ ਗਿਆ ਹੋਇਆ ਸੀ। ਇੱਕ ਥਰਮੋਸ ਲਾਜ਼ਮੀ ਹੁੰਦਾ ਤੁਹਾਡੇ ਕੋਲ ਗਰਮ ਪਾਣੀ 'ਚ, ਜਿਹਦੇ 'ਚ ਗਰਮ ਪਾਣੀ ਰੱਖਦੇ। ਤੇ ਉਹ ਬਰਲ ਉੱਥੇ ਬੈਠੇ, ਉਹ ਥੱਲਿਓਂ ਇਹਨਾਂ ਹਰਾਮਜ਼ਾਦੇ ਜਿਹੜੇ ਸਾਡੇ ਸੀ ਨਾ ਕੰਪਨੀ ਵਾਲੇ, ਉਹਨਾਂ ਨੇ ਉਹਨਾਂ ਨੂੰ ਦੂਸਰੇ ਜਿਹੜੀ ਟੀਮ ਸੀ ਸ਼ੇਰਪਾਵਾਂ ਦੀ, ਦੂਸਰੀ ਕੋਈ ਹੋਰ ਸੀ, ਹੁਣ ਤੱਕ ਰਾਬਤੇ ਸ਼ਾਬਤੇ ਹੋ ਗਿਆ ਹੋਏ ਸੀ, ਸਭ ਨੂੰ ਪਤਾ, ਦੁਨੀਆ ਨੂੰ ਪਤਾ ਚੱਲ ਗਿਆ ਹੋਇਆ ਸੀ ਕੀ ਹੋਇਆ, ਕੀ ਹੋ ਚੁੱਕਿਆ। ਠੀਕ ਹੈ। ਤੇ ਲੇਕਿਨ ਇਹ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਨੂੰ ਜਿਹੜਾ ਕਲਾਈਂਬਰ ਹੈ ਇਹਨੂੰ ਉੱਥੇ ਬਾਲਕੋਨੀ ਤੇ ਛੋੜ ਦਿਓ। ਠੀਕ ਹੈ, ਅਸੀਂ ਥੱਲਿਓਂ ਟੀਮ ਭਜਵਾ ਰਹੇ ਹਾਂ, ਉਹ ਉਸ ਨੂੰ ਲੈ ਆਉਣਗੇ। ਠੀਕ ਹੈ, ਤੁਸੀਂ ਸਾਰੇ ਮਿਲ ਕੇ ਇਸ ਨੂੰ ਲੈ ਆਓ ਜਿਹੜਾ ਸ਼ੇਰਪਾ। ਯਾਨੀ ਹਰ ਜਗ੍ਹਾ ਤੇ 2 ਨੰਬਰੀ ਕਰ ਰਹੇ ਨੇ, 2 ਨੰਬਰੀ ਕਰ 2 ਨੰਬਰੀ ਮੁਸਲਸਲ। ਇੱਥੇ ਵੀ ਤੇ ਪੱਕੀ 2 ਨੰਬਰੀ ਨਾ। ਹੁਣ ਮੇਰੀ ਖੁਸ਼ਕਿਸਮਤੀ ਇਹ ਸੀ ਕਿ ਉਹ ਜਿਹੜੇ 2 ਬੰਦੇ ਮੇਰੇ ਨਾਲ ਸੀ ਨਾ, ਉਹ ਦੋਨੋਂ ਸ਼ੇਰਪਾ ਨਹੀਂ ਸੀ। ਇੱਕ ਸ਼ੇਰਪਾ ਸੀ, ਇੱਕ ਜਰਮਨੀ ਦਾ ਸੀ, ਉਹ ਕਲਾਈਂਬਰ ਸੀ। ਕਲਾਈਂਬਰ ਦੀ ਮੇਰੇ ਨਾਲ ਜ਼ਿਆਦਾ ਹਮਦਰਦੀਆਂ ਸੀ ਸ਼ੇਰਪਾਵਾਂ ਦੀਆਂ, ਸ਼ੇਰਪਾ ਨਾਲ ਹਮਦਰਦੀਆਂ ਸੀ। ਉਹ ਦਲਜਿੰਦਰ ਵਿੱਚੋਂ ਕਿੱਥੇ ਗਿਆ ਉਹ ਤੁਹਾਡੇ ਨਾਲ? ਦਲਜਿੰਦਰ ਤੇ ਲਾਸਟ ਤੇ ਜਦੋਂ ਅਸੀਂ ਜਾ ਰਹੇ ਸੀ ਨਾ, ਉਹ ਤੇ ਫਿਰ ਅਸੀਂ ਇਕੱਠੇ ਨਹੀਂ ਸੀ ਨਾ ਰਹੇ ਨਾ। ਉਹ ਵੈਸੇ ਉਹਨੇ ਉਹ ਆਪਣੇ ਤੌਰ ਤੇ ਸਬਮਿਟ ਉਹਨੇ ਕੀਤੀ, ਕਰ ਲਈ ਉਹਨੇ। ਹਾਂ ਉਹਨੇ ਕਰ ਲਈ ਉਹ ਆਪਣੇ ਤੌਰ ਤੇ ਮੈਂ ਆਪਣੇ ਆਖਰੀ ਕੈਂਪ ਤੋਂ ਤੇ ਫਿਰ ਅਸੀਂ ਅਲੱਗ ਹੋ ਗਏ ਨਾ। ਅਜੇ ਵੀ ਦਲਜਿੰਦਰ ਨਾਲ ਤੁਹਾਡਾ ਰਾਬਤਾ ਹੈ? ਹਾਂ, ਉਹਦੇ ਨਾਲ ਗੱਲਬਾਤ ਹੁੰਦੀ ਹੈ। ਅੱਛਾ। ਤੇ ਆਖਰੀ ਕੈਂਪ ਤੋਂ ਬਾਅਦ ਤੇ ਫਿਰ ਅਸੀਂ ਅਲੱਗ ਹੋ ਗਏ ਸੀ। ਅੱਛਾ। ਉਹ ਜਿਹੜਾ ਜਰਮਨੀ ਦਾ ਸੀ ਨਾ, ਅਸਲੇ ਜਾਂਦਿਆਂ ਹੋਇਆਂ ਜਿਹਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਨਾ ਕਿ ਥੱਲੇ ਚਲੇ ਜਾਓ, ਇਹ ਹੈ ਉਹ ਹੈ, ਉਹ ਉਹੀ ਸੀ। ਲੇਕਿਨ ਬਕੋਲੋਸ ਤੇ ਉਹ ਕਹਿੰਦਾ ਕਿ ਜੀ ਕਿ ਜਿਹੜਾ ਮੈਂ ਜਦੋਂ ਰੁਕਿਆ, ਮੈਂ ਕਰਨਾ ਚਾਹੁੰਦਾ ਸੀ ਮਦਦ, ਮੇਰੇ ਦਿਲ 'ਚ ਆਇਆ ਕਿ ਆਕਸੀਜਨ ਦਿੱਤੀ ਜਾਏ। ਕੋਈ ਕਹਿੰਦਾ ਕਿ ਲੇਕਿਨ ਮੇਰੇ ਜਿਹੜੇ ਨਾਲ ਸ਼ੇਰਪਾ ਸੀ ਨਾ, ਉਹ ਕਹਿੰਦੇ ਨਹੀਂ ਗੋ ਮੂਵ, ਉਹਨਾਂ ਮੈਨੂੰ ਜ਼ਬਰਦਸਤੀ ਕੀਤੀ। ਹੁਣ ਤੁਸੀਂ ਦੇਖੋ, ਉਹ ਵੀ ਇਸ ਤੋਂ ਜ਼ਿਆਦਾ ਨਹੀਂ ਸੋਚ ਸਕਿਆ ਕਿ ਉਹ ਕਹਿ ਰਿਹਾ, ਫਿਰ ਵੀ ਉਹਨੂੰ ਕਹੇ ਕਿ ਯਾਰ 5 ਮਿੰਟ ਠਹਿਰ ਜਾਓ, ਠੀਕ ਹੈ, ਕੋਈ ਥੋੜੀ ਜਿਹੀ ਆਕਸੀਜਨ ਇਹਨੂੰ ਦੇ ਦਿਓ। ਲੇਕਿਨ ਉਹ ਵੀ ਇਸ ਕਾਬਲ ਨਹੀਂ ਸੀ ਕਿ ਜੀ ਕਿ ਉਹ ਮੇਰੇ ਨਾਲ ਤਕੜਾ ਸੀ, ਯੰਗ ਸੀ, ਉਹ ਇਸ ਕਾਬਲ ਨਹੀਂ ਸੀ ਕਿ ਕੁਝ ਜ਼ਿਆਦਾ ਸੋਚ ਵਿਚਾਰੇ। ਉਹ ਫਿਰ ਬਾਅਦ ਵਿੱਚ ਉਹ ਕਹਿੰਦਾ ਕਿ ਜੀ ਕਿ ਬਾਅਦ ਵਿੱਚ ਮੈਂ ਉੱਥੋਂ ਤੇ ਚਲਾ ਗਿਆ, ਕਹਿੰਦਾ ਕਿ ਮੈਨੂੰ ਕਿਹਾ ਕਿ ਚਲੋ, ਤਾਂ ਮੈਂ ਚਲਾ ਗਿਆ। ਵਾਪਸੀ ਤੇ ਕਹਿੰਦਾ ਕਿ ਜਦੋਂ ਮੈਂ ਇੱਥੇ ਪਹੁੰਚਿਆ, ਬਾਲਕੋਨੀ ਤੇ ਪਹੁੰਚਿਆ, ਜਦੋਂ ਇਹਨਾਂ ਕਿਹਾ ਕਿ ਇਸ ਨੂੰ ਛੋੜ ਦਿਓ ਤੁਸੀਂ, ਕਹਿੰਦਾ ਕਿ ਹੁਣ ਮੇਰੇ ਜ਼ਿਹਨ 'ਚ ਆਇਆ ਕਿ ਰਾਤੀ ਮੈਂ ਇਹਨਾਂ ਜ਼ਿਆਦਤੀ ਕੀਤੀ ਸੀ। ਠੀਕ ਹੈ, ਹਾਲਾਂਕਿ ਜ਼ਿਆਦਤੀ ਨਹੀਂ ਸੀ, ਲੇਕਿਨ ਉਹ ਕਹਿੰਦਾ ਕਿ ਮੇਰੇ ਆਪਣੇ ਗਿਲਟ, ਇੱਕ ਮੈਨੂੰ ਆਪਣੇ ਅੰਦਰ ਇੱਕ ਅਹਿਸਾਸ ਗੁਨਾਹ ਪੈਦਾ ਹੋਇਆ ਕਿ ਯਾਰ ਰਾਤੀ ਵੀ ਮੈਂ ਇਸ ਨੂੰ ਛੋੜਤਾ ਸੀ, ਤੇ ਹੁਣ ਤੇ ਮਸਲਾ ਹੀ ਕੋਈ ਨਹੀਂ ਹੈ, ਤੇ ਹੁਣ ਮੈਂ ਕਿਉਂ ਛੋੜਾਂ? ਮੈਂ ਨਹੀਂ ਛੋੜਦਾ ਇਸ ਨੂੰ। ਉਹਨੇ ਉਹਨਾਂ ਨੂੰ ਕਿਹਾ ਤੁਸੀਂ ਜਾਓ, ਮੈਂ ਇਹਦੇ ਨਾਲ ਬੈਠਾ, ਤੇ ਜਦੋਂ ਆਉਣਗੇ ਤੇ ਠੀਕ ਹੈ, ਉਨੀ ਦੇਰ ਤੱਕ ਮੈਂ ਇਹਦੇ ਨਾਲ ਬੈਠਾ ਹੋਇਆ, ਕੋਈ ਗੱਲ ਨਹੀਂ। ਅੱਛਾ, ਉਹ ਸਾਰੇ ਹੁਣ ਪਹਿਲਾਂ ਉਹ 3 ਉਹਨੂੰ ਲਿਆ ਰਹੇ ਸੀ, ਹੁਣ 4 ਹੋ ਗਏ। ਇੱਕ ਉਹ 5 ਸੀ ਨਾ, ਇੱਕ ਨੇ ਤੇ ਉਹਦੇ ਨਾਲ ਰਹਿਣਾ ਸੀ, ਆਪਣੇ ਕਲਾਇੰਟ ਨਾਲ। 4 ਬੰਦੇ ਉਹਨੂੰ ਘਸੀਟ ਕੇ ਨੀਚੇ ਲਿਜਾਣਾ ਸ਼ੁਰੂ ਕਰਤਾ ਉਹਨਾਂ ਨੇ ਨਾ। ਥੋੜੀ ਹੀ ਦੇਰ ਬਾਅਦ ਇਹ ਮੈਨੂੰ ਕਹਿੰਦਾ ਕਿ ਚਲੋ ਅਸੀਂ ਵੀ ਚੱਲੀਏ, ਕਿਉਂਕਿ ਉਹ ਕਹਿੰਦਾ ਕਿ ਮੈਂ ਸੋਚਿਆ ਕਿ ਯਾਰ ਇਸ ਨੂੰ ਕੋਈ ਮੈਂ ਚੁੱਕ ਕੇ ਖੜਨਾ, ਜਾਂ ਉਹਨਾਂ ਆ ਕੇ ਤੇ ਚੁੱਕ ਕੇ ਖੜਨਾ ਹੈ ਇਸ ਨੂੰ, ਜਾਣਾ ਤੇ ਫਿਰ ਵੀ ਇਸ ਤਰ੍ਹਾਂ ਹੀ ਹੈ। ਬਿਲਕੁਲ ਸਹੀ, ਪੈਦਲ ਹੀ ਜਾਣਾ ਨਾ। ਜੀ ਜੀ, ਇਹਨੇ ਖੁਦ ਉਤਰਨਾ ਨਾ ਥੱਲੇ, ਇਹਨੇ ਖੁਦ ਹੀ ਕਲਾਈਮ ਕਰਨਾ, ਕਿਸੇ ਨੇ ਤੇ ਨਹੀਂ ਕਰਾਣਾ ਇਹਨੂੰ, ਤੇ ਇਹਨੂੰ ਤੇ ਕੋਈ ਇੰਨੀ ਹੈਲਪ ਦੀ ਜ਼ਰੂਰਤ ਨਹੀਂ ਹੈ ਨਾ। ਤੇ ਮੈਂ ਨਾਲ ਉਹਨੇ ਇੱਕ ਸੇਫਟੀ ਰੋਪ ਐਕਸਟਰਾ ਮੇਰੇ ਨਾਲ ਲਾ ਲਿੱਤੀ ਕਿ ਨਾਲ ਮੈਂ ਇਹਦੇ ਚੱਲਦਾ ਜਾਂਦਾ, ਇਕੱਠੇ ਚਲੇ ਜਾਵਾਂਗੇ। ਉਹ ਮੈਨੂੰ ਕਹਿੰਦਾ ਚਲੋ ਚੱਲੀਏ। ਯਾਨੀ ਉਹਨੇ ਆਪਣੇ ਨਾਲ ਤੁਹਾਨੂੰ ਬੰਨ ਲਿਆ? ਨਹੀਂ, ਉਹ ਤੇ ਰੋਪ ਦੇ ਉੱਤੇ ਤੇ ਹੈ ਹੀ ਹੈ, ਅਸੀਂ ਰੋਪ ਆਲਰੇਡੀ ਲੱਗੀ, ਲੇਕਿਨ ਐਕਸਟਰਾ ਉਸਨੇ ਸੇਫਟੀ ਆਪਣੇ ਨਾਲ ਜਿਹੜੀ ਸੀ ਲਗਾ ਲਿੱਤੀ ਉਹਨੇ, ਕਿ ਮਜ਼ੀਦ ਕਿ ਅਗਰ ਮੈਂ ਲੜਖੜਾਂਦਾ ਵੀ ਹਾਂ ਤੇ ਉਹ ਸੰਭਾਲ ਲਵੇ। ਠੀਕ ਹੈ, ਪਿੱਛੇ ਉਹ ਤੇ ਅੱਗੇ ਮੈਂ। ਹੁਣ ਅਸੀਂ ਚੱਲੀ ਆ ਰਹੇ ਬਸ ਤਕਰੀਬਨ ਕੁਝ ਥੱਲੇ ਆਏ ਤੇ ਅਸੀਂ ਉਹਨਾਂ ਨੂੰ ਕ੍ਰਾਸ ਕਰ ਗਏ। ਉਹ ਘਸੀਟ ਕੇ ਲੈਣਾ ਬੜਾ ਮੁਸ਼ਕਿਲ ਕੰਮ ਸੀ। ਉਹ ਥੋੜਾ ਜਿਹਾ ਘਸੀਟਣਾ, ਫਿਰ ਉਹ ਰੋਪ ਲਗਾਣਾ, ਰੋਪ ਫਿਕਸ ਕਰਨਾ, ਉਹ ਕਾਫੀ ਲੰਬਾ ਕੰਮ ਹੁੰਦਾ।
ਉਹ ਲੀਫ ਫਰੋਕ ਕੱਢਣਾ ਨਾ ਉਹ ਮੁਸ਼ਕਲ ਕੰਮ ਹੁੰਦਾ ਹੈ। ਯਾਨੀ ਉੱਥੇ ਚੁੱਕ ਨਹੀਂ ਸਕਦਾ ਬੰਦਾ। ਚੁੱਕ ਨਹੀਂ ਸੀ ਸਕਦੇ ਉਹਨੂੰ, ਚੁੱਕ ਨਹੀਂ ਸੀ ਸਕਦੇ, ਉਹ ਘਸੀਟ ਕੇ ਲਿਆਉਣਾ ਸੀ ਉਸਨੂੰ। ਤੇ ਉਹ ਉਸ ਤਰ੍ਹਾਂ ਆ ਰਿਹਾ ਸੀ, ਅਸੀਂ ਟਕ ਆ ਰਹੇ ਸੀ, ਮਨੇ ਨਾ ਵੀ ਤੇਜ਼ ਹੋਈਏ ਲੇਕਿਨ ਸਾਨੂੰ ਰੁਕਾਵਟ ਤੇ ਕੋਈ ਨਹੀਂ ਸੀ ਨਾ, ਕੰਟੀਨਿਊਸਲੀ ਅਸੀਂ ਆ ਰਹੇ ਹਾਂ, ਸਾਨੂੰ ਰੁਕਣਾ ਨਹੀਂ ਪੈਂਦਾ, ਉਹਨਾਂ ਨੂੰ ਕਾਫੀ ਦੇਰ ਰੁਕਣਾ ਪੈਂਦਾ ਸੀ ਚੇਂਜ ਓਵਰ ਕਰਨ ਵਾਸਤੇ। ਫਿਰ ਤੇ ਉਹ ਅਸੀਂ ਉਹਨੂੰ ਅੱਧੇ ਛੁੱਟਤਾ, ਥੱਲੇ ਆ ਗਏ। ਥੱਲੇ ਉਤਰਦੇ ਹੋਇਆ ਹੋਰ ਮਜ਼ੀਦ ਥੱਲੇ ਆਏ ਤੇ ਇੱਕ ਬੰਦਾ ਉੱਤੇ ਜਾ ਰਿਹਾ, ਉਹ ਮੈਂ ਬਹੁਤ ਐਗਜ਼ਾਸਟ ਹੁੰਦਾ ਜਾ ਰਿਹਾ ਸੀ, ਉੱਥੇ ਮੈਂ ਰੁਕਿਆ। ਉਹ ਹੁਣ ਮੈਨੂੰ ਬੈਠਣ ਨਹੀਂ ਸੀ ਦਿੰਦਾ ਕਿ ਨਹੀਂ ਬੈਠਣਾ ਨਹੀਂ। ਇੱਕ ਜਗ੍ਹਾ ਤੇ ਮੈਂ ਉਹਨੂੰ ਕਿਹਾ ਕਿ ਯਾਰ ਮੇਰੀ ਗੱਲ ਸੁਣ, ਤੂੰ ਜਾ, ਠੀਕ ਹੈ, ਕਿਉਂਕਿ ਮੇਰੇ ਕੋਲੋਂ ਚੱਲਿਆ ਨਹੀਂ ਜਾ ਰਿਹਾ, ਮੈਨੂੰ ਲੱਗਦਾ ਕਿ ਮੈਨੂੰ ਰੈਸਟ ਦੀ ਜ਼ਰੂਰਤ ਹੈ, ਥੋੜ੍ਹਾ ਜਿੰਨਾ ਮੈਂ ਰੈਸਟ ਕਰ ਲੈਂਦਾ, ਪਾਣੀ ਪੀ ਲਵਾਂਗਾ ਤੇ ਮੈਂ ਫਿਰ ਚੱਲ ਪਵਾਂਗਾ। ਲੇਕਿਨ ਅਗਰ ਤੂੰ ਸਮਝਦਾ ਤੂੰ ਆਪਣੇ ਆਪ ਨੂੰ ਸੇਵ ਕਰੋ, ਯੂ ਗੋ ਐਂਡ ਲੀਵ ਮੀ। ਦੇਖੋ ਉਹਨੇ ਕਿਹਾ ਸੀ ਕਿ ਨਹੀਂ ਸਵਾਲ ਹੀ ਪੈਦਾ ਹੁੰਦਾ, ਮੈਂ ਤੈਨੂੰ ਨਹੀਂ ਛੋੜਾਂਗਾ, ਠੀਕ ਹੈ। ਤੇ ਉਹ ਬਹਰਹਾਲ ਉਹ ਤੁਸੀਂ ਦੋ ਇਨਸਾਨਾਂ ਦਾ ਫਰਕ ਵੇਖੋ ਕਿ ਇੱਕ ਉਹ ਕਹਿ ਰਹੇ ਨੇ ਕਿ ਬੇਸ਼ੱਕ ਮਰ ਜੇ, ਸਾਨੂੰ ਪੈਸੇ ਤੇ ਮਿਲੇ ਨੇ, ਇੱਕ ਬੰਦਾ ਕਹਿ ਰਿਹਾ ਕਿ ਨਹੀਂ ਮੈਨੂੰ ਬਚਾਉਣਾ ਹੈ। ਹਾਂ, ਇਹ ਕੀ ਫਰਕ ਤੁਸੀਂ ਕੀ ਉੱਥੇ ਮਹਿਸੂਸ ਕੀਤਾ ਕਿ ਇਨਸਾਨ ਅਸਲ 'ਚ ਹੈ ਕੀ? ਮੈਂ ਇੱਥੇ ਤੁਸੀਂ ਦੇਖੋ ਨਾ ਕਿ ਫਿਰ ਤੁਹਾਨੂੰ ਇਨਸਾਨੀਅਤ ਦਾ ਵੀ ਪਤਾ ਚੱਲਦਾ ਹੈ, ਇਨਸਾਨ ਦਾ ਪਤਾ ਹੀ ਚੱਲਦਾ ਮੁਸ਼ਕਿਲ ਵਕਤ 'ਚ। ਜਦੋਂ ਤੁਸੀਂ ਮੁਸ਼ਕਿਲ ਵਕਤ 'ਚ ਹੁੰਦੇ ਉਦੋਂ ਹੀ ਪਤਾ ਚੱਲਦਾ ਨਾ। ਤੇ ਔਰ ਪਰਟੀਕੂਲਰਲੀ ਦੂਸਰਾ ਵੀ ਮੁਸ਼ਕਿਲ ਹੈ, ਜੇ ਤੁਸੀਂ ਉਹਦੇ ਕੋਲ ਜ਼ਿਆਦਾ ਮੁਸ਼ਕਿਲ ਵਿੱਚ ਹੋ ਕਿ ਉਹ ਹੁਣ ਉਹ ਕੀ ਕਰਦਾ, ਠੀਕ ਹੈ। ਤੇ ਉਹ ਬਹਰਹਾਲ ਅਸੀਂ ਆਉਂਦੇ ਆਖਰ ਕੈਂਪ ਦੇ ਜਦੋਂ ਨਜ਼ਦੀਕ ਪਹੁੰਚੇ ਤੇ ਬਿਲਕੁਲ ਮੈਂ ਕਿਹਾ ਕਿ ਹੁਣ ਤੇ ਬਿਲਕੁਲ ਹੀ ਮੈਂ ਮੁੱਕ ਗਿਆ, ਮੈਂ ਖੜਾ ਵੀ ਨਹੀਂ ਹੋ ਸਕਦਾ ਸੀ। ਲੇਕਿਨ ਉਹ ਕਹਿੰਦਾ ਸੀ ਕਿ ਨਹੀਂ ਤੂੰ ਚੱਲ ਕੇ ਜਾਣਾ, ਜੋ ਮਰਜ਼ੀ ਹੋ ਜਾਏ। ਅਸੀਂ ਹੁਣ ਚੱਲ ਕੇ ਪਹੁੰਚੇ, ਸਾਹਮਣੇ ਟੈਂਟ ਵੀ ਨਜ਼ਰ ਆ ਰਿਹਾ, ਕਿਉਂਕਿ ਉਹਨੂੰ ਸ਼ਾਇਦ ਇਹ ਲੱਗਦਾ ਹੋਇਆ ਕਿ ਅਗਰ ਇੱਥੇ ਰੁਕਿਆ ਤੇ ਮਰ ਜਾਏਗਾ। ਹਾਂ, ਮਰ ਜਾਏਗਾ ਨਾ। ਤੇ ਉਹ ਥੋੜਾ ਜਿਹਾ ਹੋਰ ਅੱਗੇ ਆਏ। ਬਹਰਹਾਲ ਉਹਦੀ ਦੇਰ ਵਿੱਚ ਫਿਰ ਕੁਛ ਲੋਕੀ ਹੋਰ ਥੱਲੇ ਉਤਰ ਰਿਹਾ ਸੀ ਨਾ, ਹੁਣ ਤੇ ਸੇਫ ਸੀ ਸਾਰੇ, ਕੋਈ ਮਸਲਾ ਨਹੀਂ ਸੀ। ਉਹ ਇੱਕ ਬੰਦਾ ਹੋਰ ਸਾਡੇ ਨਾਲ ਸ਼ਾਮਲ, ਇੱਕ ਦੋ ਹੋਰ ਸ਼ਾਮਲ ਹੋ ਗਏ। ਉਹ ਫਿਰ ਇਹ ਸੀ ਕਿ ਇੱਕ ਪਾਸਿਓਂ ਇਹਨੇ ਪਕੜਿਆ ਮੈਨੂੰ, ਇੱਕ ਪਾਸੇ ਉਹਨੂੰ, ਉਹਦੇ ਕੰਧਿਆਂ ਤੇ ਰੱਖ ਕੇ ਨਾ ਮੇਰੇ ਬਾਜ਼ੂ ਇਹਨਾਂ ਰੱਖ ਲਿੱਤੇ, ਇੱਕ ਪਾਸੇ ਉਹਦੇ ਇੱਕ ਪਾਸੇ ਉਹਦੇ, ਤੇ ਆਖਰ ਤੇ ਉਹ ਇਸ ਤਰ੍ਹਾਂ। ਲੇਕਿਨ ਉਹ ਮੈਨੂੰ ਬਸ ਉਹ ਕਹਿੰਦਾ ਸੀ ਕਿ ਯੂ ਹੈਵ ਟੂ ਗੋ ਔਨ ਯੂਰ ਫੀਟ। ਮੈਂ ਉਹਨੂੰ ਕਿਹਾ ਯਾਰ ਛੱਡ ਦੇ ਮੈਨੂੰ ਤੂੰ। ਉਹ ਕਹਿੰਦਾ ਕਿ ਨਹੀਂ, ਯੂ ਹੈਵ ਟੂ ਰੀਚ ਦਾ ਕੈਂਪ, ਠੀਕ ਹੈ। ਉਹ ਫਿਰ ਕੈਂਪ ਦੇ ਨੇੜੇ ਉਹਨੇ ਸ਼ੋਰ ਸ਼ਰਾਬਾ ਕੀਤਾ ਕਿ ਕੋਈ ਡਾਕਟਰ, ਕੋਈ ਇਹ ਉਹ, ਡਾਕਟਰ ਸ਼ਾਕਟਰ ਮਿਲ ਗਿਆ, ਉਹਨੇ ਇੱਕ ਇੰਜੈਕਸ਼ਨ ਦੇ ਦਿੱਤਾ, ਇਹ ਉਹ। ਉਸ ਤੋਂ ਬਾਅਦ ਮੈਂ, ਇਹ ਕਿਹੜਾ ਕੈਂਪ ਸੀ? ਕੈਂਪ 4, ਲਾਸਟ ਵਾਲਾ ਕੈਂਪ। ਅੱਛਾ। ਉਹਨੂੰ ਲਾਸਟ ਵਾਲੇ ਕੈਂਪ ਦੇ ਵਿੱਚ ਰਾਤ ਨੂੰ, ਅੱਛਾ ਇਹਨਾਂ ਦੇ ਹਰਾਮੀਆਂ ਦੇ ਕੋਈ 5-6 ਬੰਦੇ ਉੱਤੇ ਸੀ, ਲੇਕਿਨ ਮੈਨੂੰ ਅਟੈਂਡ ਨਹੀਂ ਕੀਤਾ ਕਿਸੇ ਨੇ, ਕੰਪਨੀ ਦੇ ਬੰਦੇ, ਇਹ 7 ਸਮਿਟ ਨੇ, 7 ਸਮਿਟ ਵਾਲੇ। ਉਹ ਜਿਹੜੇ ਸੀ ਡਾਕਟਰ, ਦੋ ਸੀ, ਉਹ ਇੱਕ ਯੰਗ ਡਾਕਟਰ ਸੀ, ਇੱਕ ਲੇਡੀ ਡਾਕਟਰ ਸੀ। ਉਹ ਯੰਗ ਡਾਕਟਰ ਮੇਰੇ ਨਾਲ ਬੈਠਾ ਰਿਹਾ, ਉਹਨਾਂ ਵੀ ਐਕਚੁਅਲੀ ਉੱਤੇ ਜਾਣਾ ਸੀ, ਉਹ ਉੱਤੇ ਜਾ ਰਹੇ ਸੀ ਦੋਨੋਂ ਨਾ। ਤੇ ਉਹ ਫੋਰਨਰ ਸੀਗੇ, ਉਹ ਕਾਫੀ ਅਰਸਾ ਮੇਰੇ ਨਾਲ ਬੈਠਾ, ਯੂਰਪੀਅਨ ਕਾਫੀ ਅਰਸਾ ਮੇਰੇ ਨਾਲ ਬੈਠਾ ਰਿਹਾ, ਉਹ ਗੱਪਸ਼ਪ ਲਗਾਉਂਦਾ ਰਿਹਾ। ਜਦੋਂ ਉਹਨੂੰ ਪਤਾ ਚੱਲ ਗਿਆ ਕਿ ਮੈਂ ਵੀ ਡਾਕਟਰ ਹਾਂ ਤੇ ਦੈਨ ਉਹ ਫਿਰ ਉਹ ਜਿਹੜਾ ਸੀ ਉਹ ਫਿਰ ਸਾਰਾ, ਇਹ ਕਿਸ ਮੁਲਕ ਦੇ ਸਨ? ਮੇਰੇ ਖਿਆਲ ਅਮਰੀਕੀ ਸੀ। ਉਹ ਉਸਨੇ ਸਾਰਾ ਡਿਸਕਸ ਮੇਰੇ ਨਾਲ ਕੀਤਾ ਕਿ ਅਸੀਂ ਦਿੱਤਾ ਕੀ ਹੈ, ਟ੍ਰੀਟਮੈਂਟ ਕੀ ਦਿੱਤੀ ਹੈ, ਅੱਗੋਂ ਕੀ ਪ੍ਰੋਟੋਕੋਲ ਹੋਏਗਾ ਇਸ ਦਾ, ਕਿਉਂਕਿ ਉਹ ਸਟੀਰੋਇਡ ਦੇ ਦਿਓ ਤੇ ਸਟੀਰੋਇਡ ਅਗਲਾ ਹਫਤਾ ਖਾਣਾ ਪੈਂਦਾ ਫਿਰ। ਬਾਕੀ ਉਸਨੇ ਇੱਕ ਚਿੱਟ ਵੀ ਲਿਖ ਕੇ ਨਾ ਮੇਰੀ ਜੇਬ ਵਿੱਚ ਪਾ ਦਿੱਤੀ ਕਿ ਉਹ ਕਹਿੰਦਾ ਕਿ ਮੈਂ ਲਿਖ ਵੀ ਦਿੱਤਾ ਇਹਦੇ ਉੱਤੇ ਕੀ ਦਿੱਤਾ ਸੀ, ਠੀਕ ਹੈ। ਤੇ ਉਹ ਠੀਕ ਠਾਕ, ਉਸ ਤੋਂ ਬਾਅਦ ਉਹ ਚਲੇ ਗਏ। ਅੱਛਾ, ਇਹ ਬੜੀ ਦੇਰ ਤੋਂ ਬਾਅਦ ਪਹੁੰਚੇ ਥੱਲੇ। ਇਹਨਾਂ ਨੇ ਕੀ ਕੀਤਾ ਕਿ ਬਜਾਏ ਇਸ ਦੇ ਕਿ ਜਿਸ ਟੈਂਟ 'ਚ ਮੈਂ ਸੀ ਸਾਰੇ ਉਸੇ 'ਚ ਆ ਜਾਂਦੇ ਤੇ ਹਾਲਾਤ ਸਭ ਦੇ ਬਿਹਤਰ ਹੁੰਦੇ, ਉਹਨਾਂ ਨੇ ਕੀਤਾ ਉਹਨੂੰ ਸੈਪਰੇਟ ਟੈਂਟ 'ਚ ਰੱਖ ਕੇ ਮੈਨੂੰ ਇਕੱਲੇ ਛੋੜ ਕੇ ਉਸ ਟੈਂਟ 'ਚ ਉਹ ਸਾਰੇ ਬੈਠ ਗਏ। ਔਰ ਉਹਦੀ ਫਸਟ ਏਡ ਵੀ ਕਰਨੀ ਹੁੰਦੀ ਹੈ ਨਾ, ਇਹਦੀ ਫਸਟ ਏਡ ਕਰਨੀ ਹੁੰਦੀ ਹੈ। ਉਹ ਫਸਟ ਏਡ ਹੁੰਦੀ ਹੈ ਕਿ ਪਾਣੀ ਤੁਸੀਂ ਗਰਮ ਕਰੋ, ਉਹਦੇ 'ਚ ਪਾਓ ਹੱਥ, ਠੀਕ ਹੈ। ਲੇਕਿਨ ਮੇਰਾ ਇਹ ਵੀ ਮਸਲਾ ਨਹੀਂ ਸੀ ਹੈ, ਮੈਨੂੰ ਥੋੜ੍ਹੀ ਜਿਹੀ ਗਰਮੀ ਚਾਹੀਦੀ ਸੀ ਔਰ ਥੋੜ੍ਹਾ ਜਿਹਾ ਰਾਤ ਨੂੰ ਸਪੋਰਟ ਚਾਹੀਦੀ। ਉਹ ਤੁਹਾਡੇ ਹੱਥ ਬਚ ਜਾਣੇ ਸਨ? ਮੇਰੇ ਹੱਥ ਬਚ ਗਏ ਸੀ। ਅੱਛਾ, ਮੇਰੇ ਹੱਥ ਇਸ ਤਰ੍ਹਾਂ ਬਚ ਗਿਆ ਕਿ ਉਹ ਤੋਂ ਮੈਂ ਚੱਲ ਕੇ ਜੋ ਆਇਆ ਸੀ ਉਹ ਵਾਰਮ ਅਪ ਹੋ ਗਿਆ ਨਾ, ਵਾਰਮ ਅਪ ਹੀ ਕਰਨੇ ਹੁੰਦੇ ਨਾ, ਬਿਲਕੁਲ ਪਾਣੀ ਤੁਸੀਂ ਗਰਮ ਹੀ ਕਰਨੇ ਹੁੰਦੇ, ਤੇ ਜੋ ਤੁਸੀਂ ਚੱਲ ਰਹੇ ਹੋ ਤੇ ਗਰਮ ਹੋ ਗਿਆ ਤੁਹਾਡਾ ਪੂਰਾ ਜਿਸਮ,
ਦੋ ਤਰੀਕੇ ਹੁੰਦੇ ਨੇ ਗਰਮ ਕਰਨ ਦੇ ਨਾ ਇਹਦੇ, ਜਾਂ ਤੁਸੀਂ ਰਿਮੋਟ ਵਾਰਮਿੰਗ ਅਸੀਂ ਉਹਨੂੰ ਕਹਿੰਦੇ ਹਾਂ, ਦੂਸਰੀ ਹੁੰਦੀ ਹੈ ਡਾਇਰੈਕਟ ਪਾਣੀ 'ਚ ਪਾ ਕੇ। ਜੋ ਰਿਮੋਟ ਵਾਰਮਿੰਗ ਤੇ ਹੋ ਗਈ ਸੀ ਉਹ ਖੋਲ ਕੇ ਉਹ ਡਾਕਟਰ ਨੇ ਵੀ ਉਹ ਕਹਿੰਦਾ ਕਿ ਨਹੀਂ ਇਹ ਤੇ ਹੱਥ ਬਿਲਕੁਲ ਬਚ ਗਏ ਨੇ ਨਾ, ਕਿ ਇਹ ਰਿਵਾਈਵ ਕਰ ਗਏ ਨੇ, ਇਹਨਾਂ ਦੀ ਉਹ ਫਰੀਜ਼ਿੰਗ ਖਤਮ ਹੋ ਗਈ ਹੈ, ਠੀਕ ਹੈ। ਤੇ ਇਹ ਕੋਈ ਉਹ ਜਰਮਨ ਉੱਥੋਂ ਚਲਾ ਗਿਆ ਫਿਰ? ਜਰਮਨ ਉੱਥੇ ਛੋੜ ਕੇ ਫਿਰ ਉਹ ਚਲਾ ਗਿਆ ਪਿੱਛੇ। ਉਹਨੇ ਕਿਹਾ ਜਦੋਂ ਲੋਕਾਂ ਦੇ ਉਹਦੀ ਕੰਪਨੀ ਮੌਜੂਦ ਹੈ, ਸਾਰੇ ਲੋਕੀ ਮੌਜੂਦ ਨੇ, ਉਹਨੇ ਸਮਝਿਆ ਸੇਫ ਹੈ, ਹੁਣ ਕੋਈ ਮਸਲਾ ਨਹੀਂ। ਲੇਕਿਨ ਹਾਲ ਮੈਂ ਸੇਫ ਨਹੀਂ ਸੀ ਉੱਥੇ ਕਿਉਂਕਿ ਇਹਨਾਂ ਸਾਰੀ ਰਾਤ ਮੈਨੂੰ ਅਕੇਲੇ ਨੂੰ ਛੋੜਤਾ ਉੱਥੇ, ਸਲੀਪਿੰਗ ਬੈਗ ਕੋਈ ਨਹੀਂ। ਤੇ ਤੁਸੀਂ ਨਹੀਂ ਕਿਹਾ ਕਿ ਯਾਰ ਮੈਨੂੰ ਇੰਜ ਨਾ ਛੱਡੋ? ਮੈਂ ਕਿਹਨੂੰ ਕਹਿੰਦਾ ਫਿਰ ਤੁਸੀਂ ਉਹੀ ਗੱਲ ਕਰਦੇ। ਉੱਥੇ ਤਾਂ ਬੰਦਾ ਇੱਕ ਮੈਂ ਐਗਜ਼ਾਸਟਡ, ਸੋਚਣ ਦੇ ਕਾਬਲ ਨਹੀਂ। ਮੇਰੇ ਨਜ਼ਦੀਕ ਕੋਈ ਬੰਦਾ ਆਏਗਾ ਤਾਂ ਤਦ ਨਾ, ਫਿਰ ਹੀ ਮੈਂ ਕੁਝ ਕਵਾਂਗਾ ਨਾ ਉਸ ਨੂੰ। ਬਲਕਿ ਰਾਤ ਨੂੰ ਜਦੋਂ ਉਹ ਕੀ ਕਹਿੰਦੇ ਮੈਨੂੰ ਪਿਸ਼ਾਬ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੇ ਉਹ ਗੋਲੀ ਦਿੱਤੀ ਸੀ ਮੈਨੂੰ ਪਿਸ਼ਾਬ ਆਵੇ, ਉਹ ਵੀ ਇੱਕ ਟ੍ਰੀਟਮੈਂਟ ਹੁੰਦੀ, ਉਹਨੇ ਗਲਤ ਟ੍ਰੀਟਮੈਂਟ ਕੀਤੀ ਸੀ, ਉਹਦੀ ਜ਼ਰੂਰਤ ਨਹੀਂ ਸੀ ਮੈਨੂੰ, ਠੀਕ ਹੈ। ਤੇ ਉਹਦੇ ਨਾਲ ਡੀਹਾਈਡਰੇਟ ਹੋਣਾ ਸੀ, ਉਹ ਪਿਸ਼ਾਬ ਬਾਰ-ਬਾਰ ਰਾਤ ਨੂੰ ਫਿਰ ਆਵੇ, ਉਹ ਰਾਤ ਨੂੰ ਠੰਡ ਪਿਸ਼ਾਬ ਬਾਰ-ਬਾਰ ਆਉਣ ਦੇ ਨਾਲ ਇਹ ਫਿਰ ਦੁਬਾਰਾ ਫਰੋਸਟ ਬਾਈਟ ਫਿਰ ਹੋ ਗਈ, ਠੀਕ ਹੈ। ਔਰ ਮੈਂ ਫਿਰ ਵੀ ਸ਼ੋਰ ਵੀ ਮਚਾਇਆ, ਮੈਂ ਕਿਹਾ ਯਾਰ ਉਹ ਪਿਸ਼ਾਬ ਵਾਸਤੇ ਕੋਈ ਆਇਆ ਇੱਕ ਬੰਦਾ ਨਾ, ਉਹ ਪਹਿਲਾਂ ਇੱਕ ਲੜਕੀ ਆਈ, ਉਹ ਲੜਕੀ ਬੇਸ ਕੈਂਪ 'ਤੇ, ਉਹ ਪਤਾ ਨਹੀਂ ਰੋਮਾਨੀਆ ਦੀ ਸੀ, ਕਿੱਥੋਂ ਦੀ ਸੀ, ਐਥਲੀਟ ਸੀ, ਤੇ ਉਹ ਕਲਾਈਮ ਕਰਨ ਆਈ ਹੋਈ ਸੀ। ਉਹ ਆਈ ਪਹਿਲਾਂ ਨਾ, ਤੇ ਉਹ ਉਸ ਨੂੰ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਿਸ਼ਾਬ ਆਇਆ ਹੋਇਆ, ਉਸ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਜੀ ਮੈਂ ਕੀ ਕਹਿ ਰਿਹਾ, ਮੈਂ ਇਸ਼ਾਰੇ ਨਾਲ ਵੀ ਦੱਸ ਰਿਹਾ, ਸਾਰਾ ਕੁਝ ਦੱਸ ਰਿਹਾ, ਉਹਨੂੰ ਨਹੀਂ ਸਮਝ ਆ ਰਹੀ। ਉਹ ਅਲਬੱਤਾ ਗਈ तो ਉਹਨੇ ਕਿ ਸ਼ਾਇਦ ਆਪਣੇ ਸ਼ੇਰਪਾ ਨੂੰ ਭਿਜਵਾ ਦਿੱਤਾ ਹੋਏਗਾ ਉਹਨੇ, ਕਿਸੇ ਦੂਸਰੇ ਸ਼ੇਰਪਾ ਨੂੰ ਉਹਨੇ ਭਿਜਵਾਇਆ। ਉਹ ਆਇਆ, ਉਹਨੂੰ ਫਿਰ ਮੈਂ ਕਿਹਾ ਕਿ ਉਹਨੂੰ ਸਮਝ ਆ ਗਈ, ਉਹ ਕਹਿੰਦਾ ਅੰਦਰ ਹੀ ਕਰ ਦੋ। ਉਹ ਜਿਹੜਾ ਤੁਸੀਂ ਪਾਇਆ ਪਹਿਲੀ ਦਫਾ ਚੁੱਕੇ ਬਾਹਰ ਕਰਨ ਦੇ ਡਰ ਸੀ ਨਾ, ਮੈਂ ਪਹਿਲੀ ਸ਼ਾਮ ਹੋ ਗਈ ਸੀ ਨਾ, ਮੈਂ ਪਹਿਲੀ ਦਫਾ ਬਾਹਰ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਮੈਂ ਟੈਂਟ ਖੋਲ, ਇਤਨੀ ਯਖ ਸਰਦੀ ਸੀ ਕਿ ਉਹ ਤੇ ਨਾਕਾਬਲੇ ਬਰਦਾਸ਼ਤ ਸਰਦੀ ਸੀ ਨਾ। ਨਹੀਂ, ਉਹ ਕਿੰਨਾ ਟੈਂਪਰੇਚਰ ਹੋਏਗਾ? -30 ਤੋਂ ਤੇ ਅੱਛਾ, ਨੋ ਵੇ, ਅੱਛਾ, ਠੀਕ ਹੈ, -30 ਤੋਂ ਤੇ ਬਿਹਤਰ ਨਹੀਂ ਹੋਇਆ। ਜਿਹੜਾ ਬਿਲਕੁਲ ਪੀਕ ਉੱਥੇ ਕਿੰਨਾ ਮਾਈਨਸ ਹੁੰਦਾ? ਉੱਥੇ -70 ਤੱਕ ਵੀ ਚਲਾ ਜਾਂਦਾ। ਤੇ ਜਦੋਂ ਸੂਰਜ ਚੜ ਜਾਂਦਾ ਫਿਰ ਕਿੰਨਾ ਹੁੰਦਾ? ਮਿਨੀਮਮ ਦੀ ਇਹ ਸੂਰਜ ਚੜ ਵੀ ਜਾਏਗਾ ਫਿਰ ਵੀ ਉਹ ਕਿੰਨਾ -25 20 ਪੀਕ ਤੇ। ਹਾਂ, ਅੱਛਾ, ਫਿਰ ਜਦੋਂ ਤੁਹਾਨੂੰ ਤੇ ਪਿਸ਼ਾਬ ਆਇਆ? ਉਹ ਫਿਰ ਰਾਤ ਜਿਸ ਤਰ੍ਹਾਂ ਵੀ ਅਸੀਂ ਗੁਜ਼ਾਰੇ। ਸੁਬਾਹ ਉੱਠ ਕੇ ਸੁਬਾਹ ਫਿਰ ਉਹ 3 ਬੰਦੇ ਮੇਰੇ ਕੋਲ ਆਏ, 6 ਮਿੰਟ, ਉਹ ਆਏ ਕਿ ਜੀ ਕਿ ਚਲੋ ਉੱਠੋ ਜੀ ਜਾਣਾ। ਉਹ ਜਦੋਂ ਉਹਨੇ ਦੇਖਿਆ ਤੇ ਜਿੰਦਾ, ਚਲੋ ਜੀ ਜਾਣਾ। ਯਾਨੀ ਉਹਨਾਂ ਦੀ ਅਜੇ ਤੱਕ ਵੀ ਨੀਅਤ ਸੀ ਕਿ ਮਰ ਮੁਰ ਜਾਏ। ਮਤਲਬ ਤੁਸੀਂ ਕਿਸੇ ਨੂੰ ਵੀ ਦੱਸੋ ਇਸ ਹਾਲਤ ਵਿੱਚ ਬੰਦਾ ਉੱਥੇ ਰਾਤ ਰਿਹਾ, ਉਹ ਜਗ੍ਹਾ ਮਰ ਗਿਆ, ਉਹ ਜਿੰਦਾ ਹੋਏਗਾ ਹੀ ਨਹੀਂ, ਠੀਕ ਹੈ। ਤੇ ਉਹ ਬਹਰਹਾਲ ਉਹ ਆਇਆ ਇੱਕ ਬੰਦਾ, ਉਹਨੇ ਟੈਂਟ ਖੋਲਿਆ ਕਿ ਚਲੋ ਫਿਰ ਬੂਟ ਸ਼ੂਟ ਪਾਏ, ਬਾਹਰ ਨਿਕਲਿਆ, ਬੂਟ ਹੀ ਸੀ ਬਾਕੀ ਤੇ ਪਹਿਨੇ ਹੋਇਆ ਸੀ। ਬਾਹਰ ਨਿਕਲਿਆ ਉੱਥੋਂ, ਇਹ ਗਲਵ ਜਿਹੜਾ ਸੀ ਨਾ, ਮੇਨ ਗਲਵ, ਮੋਟਾ ਗਲਵ, ਉਹ ਉੱਤੇ ਕਿਲੇ ਗਿਰ ਗਿਆ ਸੀ। ਅੱਛਾ, ਉਹਨੂੰ ਮੈਂ ਹੁਣ ਕ੍ਰੈਂਪਨ, ਮੈਂ ਉਹਨੂੰ ਕਹਿ ਰਹੇ ਤੇ ਕ੍ਰੈਂਪਨ ਸੀ, ਉਹ ਬੜੇ ਫਿਊਰੀਅਸ ਗਾਲਾਂ ਦੇਣ, ਔਰ ਚਲੋ ਜੀ ਤੁਸੀਂ ਸਾਡਾ ਖਰਚਾ ਕਰਾ ਦਿੱਤਾ, ਸਾਡਾ ਸ਼ੇਰਪਾ ਮਰ ਗਿਆ ਤੇਰੀ ਵਜ੍ਹਾ ਨਾਲ, ਉਹ ਜੀ ਇਸ ਤਰ੍ਹਾਂ ਦਾ ਉਹ ਜਿਹੜਾ ਸੀ ਨਾ, ਉਹ ਅਜੀਬ ਕਿਸਮ ਦਾ ਉਹਨਾਂ ਦਾ ਰਵੱਈਆ। ਔਰ ਉਹਨਾਂ ਉਹ ਰੱਸਾ ਬੰਨਿਆ ਮੇਰੇ ਨਾਲ, ਅੱਗੇ ਖਿੱਚਣਾ ਸ਼ੁਰੂ ਕਰਤਾ, ਚਲੋ ਜੀ ਟਿੱਕੇ ਦੇਣ, ਚਲੋ ਚਲੋ। ਮੈਂ ਕਿਹਾ ਯਾਰ ਮੇਰਾ ਸਮਾਨ ਪਿਆ ਹੋਇਆ ਦੂਸਰੇ ਟੈਂਟ, ਉਹ ਮੈਂ ਲੈ ਲਵਾਂ, ਮੈਨੂੰ ਕ੍ਰੈਂਪਾਂ ਦੇ। ਨਹੀਂ ਜੀ ਨਹੀਂ, ਖਿੱਚਰੂ ਆਉਣਾ ਸ਼ੁਰੂ ਕਰਤੇ ਕਿ ਨਹੀਂ ਚਲੋ। ਉਹ ਉਸੇ ਹਾਲਤ ਵਿੱਚ ਹੀ ਜਿਹੜਾ ਸੀ, ਬਗੈਰ ਕ੍ਰੈਂਪਾਂ ਤੋਂ ਉਹਨਾਂ ਮੈਨੂੰ ਚਲਾ ਦਿੱਤਾ ਉੱਥੋਂ। ਅੱਛਾ, ਹੁਣ ਉੱਪਰ ਜਿਹੜੇ ਕੁਛ ਜਗ੍ਹਾ 'ਤੇ ਹੈ ਸੀ ਕਿ ਜਿਹੜੀ ਬਗੈਰ ਕ੍ਰੈਂਪਾਂ ਚੱਲ ਰਹੇ, ਅੱਗੇ ਜਾ ਕੇ ਸਨੋ ਏਰੀਆ ਸ਼ੁਰੂ ਹੋ ਜਾਂਦਾ ਸੀ, ਯਾਨੀ ਜਿਹੜੇ ਉਹ ਤੁਹਾਡੇ ਕਿੱਲਾਂ ਵਾਲੀ ਥੱਲੇ ਪਹਾੜ। ਹਾਂ, ਉਹ ਕੁਛ ਹਿੱਸਾ ਚੱਲ ਸਕਦੇ ਸੀ, ਉਹ ਤੇ ਚੱਲ ਲਿੱਤਾ। ਅੱਗੇ ਜਾ ਕੇ ਬਿਲਕੁਲ ਉਹ ਸਨੋ, ਹਾਰਡ ਸਨੋ, ਆਈਸ ਉਹਦੇ ਉੱਤੇ ਤੇ ਨਹੀਂ ਚੱਲ ਸਕਦੇ ਤੁਸੀਂ। ਉਹ ਇੱਕ ਕਦਮ ਰੱਖੇ, ਦੂਸਰਾ ਕਦਮ ਸਲਿਪ, ਥੱਲੇ, ਮੈਂ ਥੱਲੇ ਗਿਰ ਜਾਵਾਂ। ਫਿਰ ਉਹ ਹਰਾਮਜ਼ਾਦੇ ਕਰਨ, ਉਹ ਖਿੱਚਣ, ਹੋ ਰਹੀ। ਮੈਂ ਕਿਹਾ ਕਸੂਰ ਤੇ ਤੁਹਾਡਾ ਨਾ ਕਿ ਤੁਸੀਂ ਕ੍ਰੈਂਪਨਸ ਨਹੀਂ ਮੈਨੂੰ ਲੈਣ ਦਿੱਤੇ, ਤੇ ਜੇ ਅਗਰ ਤੁਸੀਂ ਸਮਝਦੇ ਹੋ
ਹਾਲੇ ਵੀ ਕਿ ਇੱਥੇ ਬੰਦਾ ਚੱਲ ਸਕਦਾ ਬ੍ਰੈਕ ਕੈਂਪ ਤਾਂ ਆਪਣੇ ਉਤਾਰ ਕੇ ਮੈਨੂੰ ਦੇ ਦਿਓ, ਤੁਸੀਂ ਬਗੈਰ ਕ੍ਰੈਂਪੋਨ ਦੇ ਚੱਲੋ। ਉਹ ਹਰਾਮਜ਼ਾਦੇ ਸੀ, ਇਤਨੇ ਹਰਾਮੀ ਕਿ ਉਹ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਬਸ ਸਾਡੀ ਜਾਨ ਛੁੱਟ ਜੇ, ਵਿਟਨੈਸ ਖਤਮ ਹੋ ਜਾਏ। ਵਿਟਨੈਸ ਖਤਮ ਹੋ ਜੇ, ਹਾਂ, ਕਿ ਜੋ ਅਸੀਂ 2 ਨੰਬਰੀ ਕੀਤੀ, ਸਾਡੀ ਕੰਪਨੀ ਦੇ ਬੈਂਡ, ਸਾਡਾ ਬੁਰਾ ਨਾਮ ਨਾ ਵਿਟਨੈਸ ਜਾਏ। ਖਤਮ ਹੋ ਜਾਏ। अच्छा, अखीर तंग आके वो कहने के जी कि चलो फिर हुन इस तरह हम आपको बांध के खींच के ले जाओ। अब बांध के जिस तरह खींच के पैरों तो बन के जिस तरह नहीं वो कि तुसी मरे हुए जानवर ਨੂੰ ਖਿੱਚ ਕੇ ਲੈ ਕੇ ਜਾ ਰਹੇ ਹੋ ਤੁਸੀਂ। ਉਹ ਕੈਂਪ 3 ਤੇ ਆਣਾ ਸੀ। ਬਹਰਹਾਲ ਉਹ ਜਿਸ ਤਰ੍ਹਾਂ ਕਰਕੇ ਉਹ ਰਾਤ ਉੱਥੇ ਵੀ ਹੋ ਗਈ। ਉਹ ਧਰੂ ਕੇ ਆਂਦਾ ਫਿਰ ਉਹਨੇ ਤੁਹਾਨੂੰ? ਬੁੜੀ ਕੁਛ ਤਾਂ ਚੱਲ ਗਿਆ, ਕੁਛ ਫਿਰ ਉਹ ਬਣੇ ਚੱਲ, ਉੱਥੇ ਪੈਰ ਹੀ ਨਹੀਂ ਸੀ ਟਿਕਦਾ ਨਾ। ਉਹਨਾਂ ਰੱਸਾ ਬੰਨ ਕੇ ਤੁਹਾਨੂੰ ਖੜਿਆ ਜੀ, ਉਹਨਾਂ ਰੱਸਾ ਬੰਨ ਕੇ ਤੇ ਉਹ ਫਿਰ ਉਹ ਕੀਤਾ। ਅੱਛਾ, ਰੋਪ ਤੇ ਲੱਗੀ, ਰੋਪ ਦੇ ਨਾਲ ਹੁੱਕਾ ਵੀ ਕਰ ਲੈਂਦੇ, ਜ਼ਿਆਦਾ ਦੂਰ ਤੇ ਨਹੀਂ ਜਾ ਸਕਦਾ ਸੀ ਨਾ, ਲੇਕਿਨ ਪੈਰ ਟਿਕਦਾ ਹੀ ਨਹੀਂ ਸੀ ਨਾ। ਹੁਣ ਹੋਰ ਕੋਈ ਉਹਨਾਂ ਕੋਲ ਉਹ ਨਹੀਂ ਸੀ ਹੈ। अच्छा, कैंप 3 ਤੇ पहुंचे, फिर एक टेंट सी थे, चलो इसमें सो जाओ, तो स्लीपिंग बैग वो खुद दूसरे चले गए, हालांकि ना रहना चाहिए ਸੀ ਉਹਨਾਂ ਨੂੰ। ਠੀਕ ਯਾਨੀ ਹੈ, ਉਹ ਇਨਸਾਨੀਅਤ ਉਹਨਾਂ ਚ ਬਿਲਕੁਲ ਮੁੱਕ ਗਈ। ਬੇਸਿਕ ਪ੍ਰਿੰਸੀਪਲ ਹੈ ਕਿ ਕੋਈ ਬਿਮਾਰ ਆਦਮੀ ਉਹਨੂੰ ਤੁਸੀਂ ਇਕੱਲਿਆ ਨਹੀਂ ਛੋੜਨਾ। ਤੇ ਇਕੱਲੇ ਛੋੜਨ ਦਾ ਮਤਲਬ ਤੁਸੀਂ ਉਹਨੂੰ ਮਰਨ ਦੇ ਰਹੇ ਹੋ। ਖੈਰ ਰਾਤ ਤੋਂ ਤੇ ਜਿਸ ਤਰ੍ਹਾਂ ਮੈਂ ਗਾਲਾਂ ਸ਼ਾਲਾਂ ਕੱਢਦੇ ਆ ਇਹਨਾਂ ਨੂੰ ਮੈਂ ਗੁਜ਼ਾਰੀ। ਮੈਂ ਕਿਹਾ ਸ਼ਾਇਦ ਗਾਲਾਂ ਸੁਣ ਕੇ ਕੋਈ ਆ ਜਾਏਗਾ ਨਾ, ਤੇ ਯਾਨੀ ਤੁਸੀਂ ਗਾਲਾਂ ਕੱਢਦੇ ਰਹੇ? ਮੈਂ ਗਾਲਾਂ ਕੱਢਦਾ ਰਿਹਾ ਉਹਨਾਂ ਨੂੰ। ਠੀਕ ਹੈ। ਅੱਛਾ, ਉਹ ਅਖੀਰ ਦਿਨ ਨਿਕਲਿਆ, ਹੁਣ ਨਾ ਕੋਈ ਖਾਣ ਨੂੰ ਨਾ ਪੀਣ ਨੂੰ ਕੁਛ ਨਹੀਂ ਹੈ। ਤੁਹਾਡਾ ਸਮਾਨ ਉੱਥੇ ਰਹਿ ਗਿਆ? ਸਮਾਨ ਜਿਹੜਾ ਪਾਇਆ ਹੋਇਆ ਸੀ ਉਹ ਤੇ ਪਾਇਆ ਹੋਇਆ ਸੀ ਨਾ, ਜਿਹੜਾ ਉੱਤੇ ਰਹਿ ਗਿਆ। ਅਲਬੱਤਾ ਜਿਹੜਾ ਕੈਮਰਾ ਸੀ ਨਾ, ਕੈਮਰਾ ਕਿ ਲਈ ਗਿਰ ਗਿਆ ਟੈਂਟ ਦੇ ਵਿੱਚ। ਮੇਰਾ ਜਿਹੜਾ ਪੈਕੇਜ ਸੀ ਨਾ, ਪੈਕੇਜ ਚੋਂ ਨਿਕਲਿਆ, ਗਿਰ ਗਿਆ, ਔਰ ਉਹ ਤਾਂ ਬੇਸ ਕੈਂਪ ਤੇ ਆ ਕੇ ਵਾਪਸ ਕਰਤਾ ਮੈਨੂੰ। ਉਹ ਸ਼ੇਰਪਾਵਾਂ ਨੇ? ਕਿਸੇ ਹੋਰ ਸ਼ੇਰਪਾ ਨੇ। ਅੱਛਾ, ਕਿਸੇ ਹੋਰ ਸ਼ੇਰਪਾ ਨੇ। ਠੀਕ ਹੈ, ਤੁਹਾਡੀ ਟੀਮ ਦੇ ਨਹੀਂ? ਨਾ ਉਹ ਨਹੀਂ, ਉਹ ਕੋਈ ਹੋਰ ਬੰਦਾ ਮੇਰੇ ਕੋਲ ਆਇਆ ਕਿ ਜੀ ਇਹ ਕੈਮਰਾ ਤੁਹਾਡਾ ਉੱਪਰ ਰਹਿ ਗਿਆ ਸੀ। ਤੇ ਉਹ ਮੈਂ ਕਿਹਾ ਥੈਂਕ ਯੂ ਵੈਰੀ ਮੱਚ। ਬੇਸ ਕੈਂਪ ਤੇ ਜਦੋਂ ਉਹਨੇ ਕੈਮਰਾ ਦੇ ਦਿੱਤਾ। ਨਹੀਂ ਤੇ ਤੁਹਾਡੇ ਕੋਲ ਕੋਈ ਸਬੂਤ ਨਹੀਂ ਸੀ ਹੋਣਾ ਕਿ ਤੁਸੀਂ ਸਬਮਿਟ ਕੀਤਾ? ਕੁਛ ਨਹੀਂ ਸੀ। ਨਹੀਂ, ਸਬੂਤ ਤੇ ਰੌਲਾ ਪੈ ਗਿਆ ਹੋਇਆ ਤਾਂ ਪੂਰੀ ਦੁਨੀਆ ਨੂੰ ਵੈਸੇ ਹੀ ਪਤਾ ਚੱਲ ਗਿਆ। ਉਹ ਸਬੂਤ ਦੀ ਜ਼ਰੂਰਤ ਹੀ ਕੋਈ ਨਹੀਂ ਸੀ। ਉਹ ਐਵਰੀਬਾਡੀ ਨਿਊ। ਔਰ ਤਸਵੀਰਾਂ ਵੀ ਕਿਸੇ ਇੱਕ ਹੋਰ ਬੰਦੇ ਨੇ ਖਿੱਚੀਆਂ ਸੀ ਮੇਰੀਆਂ, ਜਿਹੜੀਆਂ ਉਹਦੇ ਕੋਲ ਹੀ ਸੀ, ਹਾਲੇ ਤੱਕ ਨਹੀਂ ਸੀ ਪਤਾ ਮੈਨੂੰ। ਉਹਨੇ ਬਾਅਦ ਵਿੱਚ ਮੈਨੂੰ ਦਿੱਤੀਆਂ ਫਿਰ ਕਿ ਜੀ ਇਹ ਸਮਿਟ ਦੇ ਕੋਲ ਬਿਲਕੁਲ ਤੁਹਾਡੀ ਤਸਵੀਰ ਹੈ ਮੇਰੇ ਕੋਲ। ਉਹ ਉਦੋਂ ਸੀ ਉੱਥੇ ਸਮਿਟ ਤੇ ਆਲਰੇਡੀ ਖੜਾ ਸੀ ਤੇ ਮੈਂ ਪਹੁੰਚ ਰਿਹਾ ਸੀ, ਉਹਨੇ ਬਣਾਈ। ਅੱਛਾ, ਬਹਰਹਾਲ ਕੈਂਪ 3 ਤੇ ਹੁਣ ਸਵੇਰੇ ਉਹ ਆ ਗਏ, ਉਹੀ ਬੰਦੇ ਆ ਗਏ ਨਾ ਕਿ ਚਲੋ ਜੀ ਚलें। मैं कि भाई कैसे चलें? क्रैम्पॉन नहीं, कोई क्रैम्पॉन नहीं है। ਹੁਣ ਤੱਕ ਤੇ ਬੰਦੋਬਸਤ ਕਰ ਲੈਂਦੇ, ਅਗਰ ਤੁਹਾਨੂੰ ਪਤਾ ਸੀ ਮੈਂ ਚੱਲ ਵੀ ਸਕਦਾ ਔਰ ਨੀਚੋਂ ਤੁਸੀਂ क्रैम्पॉन ਬਗਾ ਲੈਂਦੇ। ਤੁਸੀਂ ਇਹ ਐਕਸਟਰਾ क्रैम्पॉन्स ਵੈਸੇ ਹੀ ਹੋਣੇ ਚਾਹੀਦੇ ਨੇ ਤੁਹਾਡੇ ਰੱਖੇ ਹੋਏ, ਇੱਕ क्रैम्पॉन ਦਾ ਜੋੜਾ ਜਾਂ ਦੋ हर जगह पे पए होने चाहिए ने एमरजेंसी। तो नहीं कोई क्रैम्पॉन। मैं क्या फिर कैसे लेके जाओगी? ऐसे के सीट के लेके जाएंगे। मैं क्या कोई वो मंगा लेते आप, फिर वो स्ट्रेचर मंगा लेते, वो प्लास्टिक का होता है, वो जमीन पर घसीट के लै जाते। सो वो नहीं, कोई नहीं। फिर मैं क्या कह रहे थे इस नहीं तो मेरा समान पिया होया, स्लीपिंग बैग और मैट्रस कैंप 3 ते छोड़िया सी ना। मैं क्या कि मैं यह वाला टेंट है, वो खास एक टेंट सी, मैं क्या इस टेंट ਦੇ ਵਿੱਚ ਪਿਆ ਹੋਇਆ ਉਹ ਲੈ ਆਓ, ਕਿਉਂਕਿ ਮੈਂ ਤੇ ਇੱਕ ਕਦਮ ਵੀ ਨਹੀਂ ਰੱਖਦਾ ਉੱਥੇ ਆਈਸ ਸੀ, ਇੱਕ ਕਦਮ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਸੀ ਨਾ ਬਗੈਰ ਕ੍ਰੈਂਪੋਨਸ ਤੋਂ। ਸੋ ਇਹ ਟੈਂਟ ਦੇ ਅੰਦਰ ਮੂਵ ਕਰ ਸਕਦੇ ਹੋ ਤੁਸੀਂ, ਬਾਹਰ ਨਹੀਂ ਕਰ ਸਕਦੇ। ਅਸਲ ਤੇ ਜ਼ਿਆਦਤੀ ਉਹਨਾਂ ਉੱਥੇ ਕੀਤੀ ਨਾ ਕੈਂਪ 4 ਤੇ ਕਿ ਤੁਹਾਨੂੰ ਕ੍ਰੈਂਪੋਨਸ ਨਹੀਂ ਲੈਣ। अच्छा, वो कि जी नहीं हम ऐसे ही लेके जाएंगे। मैं क्या फिर फक ऑफ, अब जाओ छोड़ दो मुझे, मैं खुद ही बंदोबस्त कर लूँगा, कोई और आ जाएगा अल्लाह का बंदा, या मैं जैसे भी किसी से रिक्वेस्ट करता हूँ, कोई आते जाते लोग हैं, मैं बैठ जाता हूँ इधर दरवाजे पे, लोगों से रिक्वेस्ट कर लूँगा, किसी से मिल जाएगा। ठीक है, तो मैं चला जाऊँगा, आप चले जाओ, भागो इधर से। वो चलेगा। अच्छा, कोई 10-15 मिनट के बाद फिर कोई आ गए, फिर तो उन्होंने मैंने पूछे ही नहीं ना, मैनू लत्तां तो फड़िया ਟੈਂਟ ਦੇ ਵਿੱਚੋਂ ਘਸੀਟ ਕੇ ਬਾਹਰ। ਉਹ ਜਿਹੜੇ ਹੋਰ ਬਾਅਦ ਚ ਬੰਦੇ ਆਏ? ਬਾਅਦ ਵਿੱਚ ਬੰਦੇ ਆ, ਉਹ ਵੀ ਤੁਹਾਡੀ ਕੰਪਨੀ ਦੇ ਸਨ? ਉਹ ਕੰਪਨੀ ਦੇ ਸੀ ਨਾ ਸਾਰੇ, ਹੁਣ ਤੇ ਕੰਪਨੀ ਸੀ ਨਾ ਸਾਰੇ। ਫੜਿਆ
बाहर रस्सी बन्नी और खिंचना शुरू करता मैं। बहरहाल मैं वो अच्छा वो कैंप 3 ਦੇ ਅੱਗੇ ਪਿੱਛੇ ਨਾ ਬਿਲਕੁਲ ਨੇਕਡ ਆਈਸ ਹੈ, ਉੱਪਰ ਸਨੋ ਸੀ ਹਾਰਡ, ਇੱਥੇ ਆਈਸ ਹੈ। ਆਈਸ ਬੜੀ ਖਤਰਨਾਕ ਹੁੰਦੀ ਹੈ। ਆਇਸ ਦਾ ਕੀ ਮਤਲਬ ਜਿਹੜੀ ਜੰਮੀ ਸਖਤ? ਜੰਮੀ ਬਰਫ਼ ਔਰ ਉਹ ਜਿਹੜੀ ਬਰਫ਼ ਹੁੰਦੀ ਹੈ ਨਾ ਉਹ ਇਹ ਜੰਮੀ ਬਰਫ਼ ਨਹੀਂ ਹੁੰਦੀ, ਉਹ ਪੱਥਰ ਤੋਂ ਜ਼ਿਆਦਾ ਸਖਤ ਹੁੰਦੀ ਹੈ। ਔਰ ਫਿਰ ਜਿਹੜੀ ਜ਼ਾਹਿਰ ਹੈ ਉੱਥੇ ਚੱਲੇ ਹੋਏ ਨੇ ਨੋਕਾਂ ਨਿਕਲੀਆਂ ਹੁੰਦੀਆਂ ਨੇ ਉਹਦੀਆਂ, ਔਰ ਪੱਥਰ ਤੋਂ ਜ਼ਿਆਦਾ ਸ਼ਾਰਪ ਨੋਕ ਹੁੰਦੀ। ਇਹ ਮੇਰੇ ਜ਼ਖਮ ਇੰਨਾ ਹੋ ਗਿਆ ਸੀ ਆਈਸ ਤੇ ਲੱਗ ਕੇ ਕਿਸੇ ਜਗ੍ਹਾ। ਤੇ ਬਹਰਹਾਲ ਉਹ ਜਿਹੜਾ ਉਹ ਫਿਰ ਉਹ ਬੇਬਸ ਕਰਤਾ ਉਹਨਾਂ ਨੇ ਮੈਨੂੰ, ਠੀਕ ਹੈ, ਜ਼ਬਰਦਸਤੀ ਬੰਨ ਕੇ ਖਿੱਚਣਾ ਸ਼ੁਰੂ ਕੀਤਾ। ਮੈਂ ਫਿਰ ਇੱਕ ਦਫਾ ਅੱਲਾ ਮੀਆਂ ਨਾਲ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਮੈਂ ਕਿਹਾ ਅੱਲਾ ਮੀਆਂ मतलब कि की चक्कर है भाई, क्योंकि बंदा तो कोई अपना बंदा भजवाना सी, तो उल्लू के पट्ठे भजवा दिते ने तू। फिर पहले मैं कल भी उल्लू के पट्ठे सी, अज भी उल्लू के पट्ठे। और यह उच्ची आवाज़ मैं क्या उर्दू में, ठीक है। वो जो है क्या तो वो रुक गया ना, खिंचना बंद किया उन्हें मैंने, खिंचना बंद करके तो वो रस्सी खोलनी शुरू करती उन्हें जी पैरों को बननी सी। और पैरों तो निशान पै गए, स्वेलिंग हो गई 2-3 बार काफ़ी थी। मैं तो मैं क्या हुआ, कहते कि हेलीकॉप्टर आ। हाले कैंप तो बाहर नहीं निकले, उतों भी चंद कदम ही हाले चले से, कैंप खुला सका अगे की यह नहीं सी कि इस तरह का कैंप स्लोप सी सारी, लेकिन टेंट अगे हाले है सन, ठीक है। वो एरिए के अंदर सी है सारी स्लोप सी। तो वो बहरहाल जो उन्हें कहा कि जी हेलीकॉप्टर आ रहा है, तो मैं अल्लाह मियां मैं क्या अल्लाह मियां ए तू अपना बंदा जो है ना। ਤੇ ਹੈਲੀਕਾਪਟਰ ਪ੍ਰਾਈਵੇਟ ਹੁੰਦਾ ਸਰਕਾਰੀ? प्राइवेट ही सारे उत्थे तो प्राइवेट सारा चलता। वो बहरहाल वो मैं क्या किधर है मैंने तो नज़र नहीं आ ਉਹ रहा। ਕੰਪਨੀ ਦਾ ਸੀ ਕਿ ਹੋਰ ਕਿਸੇ ਕੰਪਨੀ ਦਾ? वो हायर किया होया सी कंपनी दा, एक कंपनी दा सी शायद, उन्हां कोल भी है हेलीकॉप्टर, लेकिन जिहड़ा अवेलेबल होवे उत्थे वो कर लेंदे ने। उत्थे बड़े हेलीकॉप्टर हुंदे ने, कंपनियां बड़ियां ने जिन्हां दे हेलीकॉप्टर एक एक 2-2 4-4 हेलीकॉप्टर उन्हां दे है ने। वो बहरहाल वो मैं उत्ते देखिया आसमान ते मैनूं नज़र आया सज्जे पासों आवाज़ भी आनी शुरू हो गई, और वो हेलीकॉप्टर आ गया, ब्लैक कलर का एक हेलीकॉप्टर टोटल ब्लैक, और बिल्कुल ऊपर आके उसने रोप थले लटकाई हुई सी। वो थोड़ा थले होया होवर किया उन्हें, इन्हां ने वो मैनूं जिहड़ा सी ने इत्थों ते वो नाल हुकअप करता, पैक मेरे गोदे च रखे। ਉਹਨਾਂ ਫਿਰ ਹੈਲੀਕਾਪਟਰ ਦੇ ਵਿੱਚ ਤੁਹਾਨੂੰ ਖਿੱਚ ਲਿਆ ਜਾਂ ਉਂਝ ਹੀ नहीं ਲਟਕਾ? नहीं नहीं वो तो चंद मिनट की गल सी। वो उस तरह लैके ना हेलीकॉप्टर अंदर बंदा ही कोई नहीं सी, ਉਹਦੇ अंदर सिर्फ एक पायलट सी। ਅੱਛਾ। ठीक है, वो उन्नी हाइट ते जा ही नहीं सकता ना हेलीकॉप्टर, इन्ना लंबा चौड़ा ऑपरेशन नहीं कर सकते। वो तो सीटां उन्हें कड्डियां हुई सी, अपनी सिर्फ वो सीट सी, बाकी नाल वाली सीट बाहर कड्डी हुई, पिछली पूरी सीट बाहर कड्डी हुई। ਉਹਦੇ ਕੋਲ फ्यूल भी कोई नहीं सी, फ्यूल ਉਹਦੇ ਕੋਲ सिर्फ इन्ना सी कि बेस कैंप तो उन्हें उत्ते उड़ के आना सी और बेस कैंप तक उन्हें पहुँचना सी, बस इन्ना को ਉਹਦੇ ਕੋਲ फ्यूल सी। वो तो टाइम भी नहीं जाया कर सकता सी उत्ते, ये नहीं सी कर सकता 1 मिनट मैं गैर जरूरी तौर पर उत्ते रोक लवां। वो बहरहाल वो चंद मिनट असीं थल्ले पहुँच गए बेस कैंप ते, उन्हें उतार के फिर उन्होंने कोई थोड़ा जिन्ना होर बोतलां शोतलां रखा होया फ्यूल पाया, फिर वो चला गया थले। ਯਾਨੀ ਦੇਸੀ ਕੰਮ ਹੈ ਕਿ ਬੋਤਲਾਂ ਨਾਲ ਫਿਊਲ ਪਾ ਰਹੇ ਨੇ? नहीं उत्थे जिन्ना कोई एक केन नहीं होंदे वाटर केन जिन्हां च उत्थे रखा हुंदा, उत्थे बड़े ड्रम्स नहीं सी। ते वो फिर थल्लेओं जाके फिर फ्यूल लैके आया, फिर वापस आया, ठीक है। ते हुण भी वो सीटां बहुत थल्ले कड्ढ के आया सी, ते सीटां नहीं सी। और उन्नी देर च लोकी शोकी सारे गपशप ये वो, और एक बंदा मेरे को आया कि जी आपका कैमरा ऊपर आपके टेंट में रहेगा। मैं क्या बहुत शुक्रिया, कम से कम वो बहुत सारा रिकॉर्ड सी, मेरा सारे एक्सपीडिशन का रिकॉर्ड सी। तो मैनूं नहीं सी पता उत्ते रह गया अगे तो बहरहाल मैं लै लिता। फिर वो कुछ खाना पीना ये वो, मतलब थोड़ी देर बाद हेलीकॉप्टर वापस आया। फिर हेलीकॉप्टर वापस आया तो असीं फिर हेलीकॉप्टर विच बैठ के थले एक लुकला एक जगह है जिथे आखिरी एयरपोर्ट है इन्हां दा ना,
ਜਹਾਜ਼ ਉੱਥੇ ਛੋਟਾ ਜਹਾਜ਼ ਚਲਾ ਜਾਂਦਾ, ਛੋਟਾ ਜਿਹਾ ਰਨਵੇ ਆ, ਔਰ ਦੁਨੀਆ ਦਾ ਵਨ ਆਫ ਦਾ ਮੋਸਟ ਡੇਂਜਰਸ ਏਅਰ ਸਟ੍ਰਿਪ ਆ ਉਹ। ਉੱਥੇ ਜਾ ਕੇ ਉਸਨੇ ਉਤਾਰ ਦਿੱਤਾ। ਉਤਾਰਨ ਤੋਂ ਬਾਅਦ ਉੱਥੇ ਹੀ ਉਹਨੇ ਆਪਣਾ ਦੁਬਾਰਾ ਸਾਰੀਆਂ ਫੁੱਲ ਫਿਊਲ ਵੀ ਲਿੱਤਾ, ਸੀਟਾਂ ਵੀ ਲਗਾਈਆਂ ਉਸਨੇ, ਔਰ ਉੱਥੇ ਡਿਸਪੈਂਸਰੀ ਵੀ ਹੈ, ਉਹ ਡਿਸਪੈਂਸਰੀ 'ਚ ਉਹਨਾਂ ਨੇ ਉਹ ਪੱਟੀ ਛੱਟੀ ਕਰਤੀ, ਚਲਾ ਗਿਆ। ਅਤੇ ਉੱਥੋਂ ਫਿਰ ਦੁਬਾਰਾ ਟੇਕ ਆਫ ਕੀਤਾ ਅਤੇ ਕਾਠਮੰਡੂ। ਤੇ ਕਿੰਨੇ ਦਿਨਾਂ 'ਚ ਸਾਰਾ ਹੋਇਆ? ਹਫ਼ਤਾ ਇੱਕ ਅੱਛਾ, ਲੱਗਾ, ਹਫ਼ਤਾ ਹੀ, ਵੈਸੇ ਵੀ ਹਫ਼ਤਾ ਹੀ ਲੱਗਾ। ਇਹ ਤੁਹਾਡਾ ਰਿਕਾਰਡ ਹੈ, ਰਿਕਾਰਡ ਤੁਹਾਡਾ ਕੀ 60 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਪਹਿਲੇ ਬੰਦੇ ਹੋ ਜਿਨ੍ਹਾਂ ਦੇਖੀ? ਹਾਂ, ਮਤਲਬ ਹੈ ਕਿ ਉਸ ਵੇਲੇ ਜਿਹੜੀ ਐਕਚੁਅਲ ਏਜ 60 ਈਅਰਸ ਮੇਰੀ ਸੀ, 60 ਸਾਲ ਦੀ ਉਮਰ, ਪਾਕਿਸਤਾਨ ਦਾ ਓਲਡੈਸਟ ਬੰਦਾ ਵੈਸੇ। ਅਗਰ ਜਿਹੜੀ ਡਾਕੂਮੈਂਟਡ ਏਜ ਹੈ ਉਹ ਬਣਦੀ ਸੀ ਕੋਈ 5 ਮਹੀਨੇ ਘੱਟ 60 ਸਾਲ ਤੋਂ। ਇਹ ਸੀ ਮੇਰੀ 59 7 months 12 ਦਿਨ, ਠੀਕ ਹੈ। ਅਤੇ ਉਹ ਅਗਰ ਉਹਨੂੰ ਰਾਊਂਡ ਵੀ ਕਰੋ ਤਾਂ 60 ਬਣਦੀ ਹੈ। ਐਕਚੁਅਲ ਮੇਰੀ ਜਿਹੜੀ ਪਿਛਲੇ ਮਾਰਚ ਦੀ ਡੇਟ ਆਫ ਬਰਥ ਹੈ, ਉਹ 76 ਦੀ ਹੈ ਨਾ। 76 ਵਿਸਾਖ ਜਿਹੜੇ ਉਹ ਹੁੰਦੇ ਨੇ, ਉਹ 76 ਦੇ ਸ਼ੁਰੂ ਦੀ ਕਿਤੇ ਹੈਗੀ ਹੈ, ਪਹਿਲੀਆਂ ਤਾਰੀਖਾਂ ਦੀ। ਯਾਨੀ ਤੂੰ ਇਹ ਰਿਕਾਰਡ ਘਰ ਵਾਲਿਆਂ ਨੇ ਮੈਨੂੰ ਦੱਸਿਆ ਹੋਇਆ। ਐਕਚੁਅਲ ਜਿਹੜੀ ਉਹ ਅਕਤੂਬਰ, ਜਿਹੜੀ ਡਾਕੂਮੈਂਟਡ ਉਹ ਅਕਤੂਬਰ ਦੀ। ਇਹ ਜਿਹੜਾ ਸਾਰਾ ਕੁਛ ਹੋਇਆ, ਇਹ ਇੱਕ ਤਾਂ ਸੀ ਕਿ ਨੋਰਮਲ ਟਾਈਮ ਵਿੱਚ ਜਿੰਦਾ ਅਸੀਂ ਵਾਪਸ ਆ ਗਏ, ਔਰ ਇੱਕ ਦਿਨ ਫਾਲਤੂ ਲੱਗਾ ਉਹ ਜਿਹੜਾ ਉਹਨਾਂ ਨੇ ਸਾਡੇ ਮਿਸਗਾਈਡ ਕੀਤਾ ਜਿਹੜਾ, ਹਾਲਾਂਕਿ ਐਸਾ ਨਹੀਂ ਸੀ, ਮੌਸਮ ਖਰਾਬ ਨਹੀਂ ਸੀ, ਲੇਕਿਨ ਉਹਨਾਂ ਨੇ ਜਾਣਬੁੱਝ ਕੇ ਕਿ ਉਹਨਾਂ ਦਾ ਮਤਲਬ ਸੀ ਥੱਲੇ ਆ ਜਾਣਗੇ, ਵਾਪਸ ਆ ਜਾਣਗੇ ਨਾ, ਉਦੋਂ ਤਾਂ ਉਹਨਾਂ ਦਾ ਇਹ ਖਰਚਾ ਬਚੇਗਾ, ਹੈ ਖਰਚਾ ਬਚਾਉਣ ਵਾਸਤੇ ਆਪਣਾ। ਮੈਂ ਉਹ ਪਹਿਲਾ ਔਰ ਆਖਰੀ ਬੰਦਾ ਕਿ ਜਿਹਨੇ 60 ਸਾਲ ਦੀ ਉਮਰ ਦੇ ਵਿੱਚ ਮਾਊਂਟ ਐਵਰੈਸਟ ਸਰ ਕੀਤੀ ਹੈ।